This program is sponsored by PrimeLink Express, Gurmeet Mali, Union Truck Stop, Bakersfield, Sukhi Kuman. ਨਮਸਕਾਰ, ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕੰਵਰ ਸੰਧੂ। ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਹੈ ਬੁੱਧਵਾਰ ਦੀ ਸ਼ਾਮ, ਭਾਰਤ ਦੇ ਵਿੱਚ ਹੈ ਵੀਰਵਾਰ ਦੀ ਸਵੇਰ ਤੇ ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਅੱਜ ਦੇ ਲਾਈਵ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਹਫ਼ਤੇ 'ਚ 3 ਦਿਨ ਤੁਹਾਡੀ ਸੇਵਾ 'ਚ ਬਾਜ਼ ਟੀਵੀ ਔਰ ਗਰਬ ਪੰਜਾਬ ਦੇ ਉੱਤੇ ਪੇਸ਼ ਕਰਦੇ ਹਾਂ। ਬਾਜ਼ ਟੀਵੀ IPTV ਦੇ ਉੱਤੇ ਉਪਲਬਧ ਆ ਔਰ ਗਰਬ ਪੰਜਾਬ USA ਦੇ ਵਿੱਚ ਸਲਿੰਗ ਦੇ ਉੱਪਰ ਤੁਸੀਂ ਦੇਖ ਸਕਦੇ ਜੀ। ਇਸ ਵੇਲੇ ਅਸੀਂ ਬਾਜ਼ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਆ, ਉੱਥੇ ਜਾ ਕੇ ਤੁਸੀਂ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੇ ਔਰ ਕਾਫੀ ਕਮੈਂਟਸ ਮੈਂ ਸ਼ੋਅ ਦੇ ਦੌਰਾਨ ਸਾਂਝੇ ਵੀ ਕਰੂੰਗਾ। ਸ਼ੋਅ ਦੇ ਸਾਡੇ 2 ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਔਰ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਅੱਜ ਆਪਾਂ ਇੱਕ ਬਹੁਤ ਦਰਦਨਾਕ ਵਾਕਿਆ ਦੀ ਗੱਲ ਕਰਨੀ ਆ। ਪਿਛਲੇ ਕਰੀਬ 36 ਸਾਲਾਂ ਤੋਂ ਹਰ ਸਾਲ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਇਸ 36 ਸਾਲ ਪਹਿਲੋਂ ਵਾਪਰੀ ਘਟਨਾ ਨੂੰ ਯਾਦ ਕਰਦੇ ਹਾਂ ਔਰ ਇਹ ਇੱਕ ਬਹੁਤ ਪੀੜ ਦੇਣ ਵਾਲੀ ਗੱਲ ਆ ਜਿਹੜੀ ਹਰ ਸਾਲ ਦੁਬਾਰਾ ਤਾਜ਼ਾ ਹੋ ਜਾਂਦੀ ਹੈ। ਤੁਹਾਨੂੰ ਪਤਾ ਹੀ ਆ ਕਿ ਜੂਨ ਦੇ ਪਹਿਲੇ ਹਫ਼ਤੇ, ਜੂਨ 1984 'ਚ ਉਦੋਂ ਦੀ ਸਮੇਂ ਦੀ ਸਰਕਾਰ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਜਿਹੜੇ ਹਥਿਆਰਬੰਦ ਖਾੜਕੂ ਸੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਫੌਜ ਦਾ ਇਸਤੇਮਾਲ ਕੀਤਾ। ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਸਾਰੀਆਂ ਜਾਨਾਂ ਜਿਹੜੀਆਂ ਵਾ ਉਹ ਚਲੀਆਂ ਗਈਆਂ। ਇਤਿਹਾਸ ਦਾ ਬਹੁਤ ਬਹੁਮੁੱਲਾ ਕੀਮਤੀ ਕੋਈ ਦਸਤਾਵੇਜ਼ ਜਿਹੜੇ ਸੀ ਉਹ ਵੀ ਉਹਦੇ ਵਿੱਚ ਖਤਮ ਹੋ ਗਏ ਔਰ ਇਹ ਘਟਨਾ ਜਿਹੜੀ ਆ ਇਹਨੇ ਸਾਰੀ ਦੁਨੀਆ ਨੂੰ ਉਸ ਵੇਲੇ ਦੁਨੀਆ ਦੇ ਵਿੱਚ ਕਹਿਰ ਫੈਲਾ ਦਿੱਤੀ, ਦੁਨੀਆ ਨੂੰ ਹਿਲਾ ਦਿੱਤਾ। ਇਸ ਦਰਦਨਾਕ ਵਾਕਿਆ ਨੂੰ ਸਿੱਖ, ਬਹੁਤ ਸਾਰੇ ਪੰਜਾਬੀ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਆ। ਇਸ ਸਾਲ ਕਰੋਨਾ ਕਰਕੇ ਸ਼ਾਇਦ ਜਿਹੜੀਆਂ ਬਿਛੜੀਆਂ ਰੂਹਾਂ ਵਾ ਉਹਨਾਂ ਨੂੰ ਘਰ ਰਹਿ ਕੇ ਹੀ ਯਾਦ ਕੀਤਾ ਜਾ ਰਿਹਾ ਵਾ, ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਇਹ ਦਿੱਤੀ ਜਾ ਰਹੀ ਹੈ। ਅੱਜ ਆਪਾਂ ਇਸ ਮਸਲੇ 'ਤੇ ਗੱਲ ਕਰਨੀ ਆ। ਬਹੁਤ ਅਹਿਮ ਮਸਲਾ ਵਾ, ਬਹੁਤ ਸੰਗੀਨ ਮਸਲਾ ਵਾ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਕਿ ਆਪਾਂ ਬਹੁਤ ਹੌਸਲੇ ਦੇ ਨਾਲ ਇਸ ਗੱਲ ਨੂੰ ਡਿਸਕਸ ਕਰਨਾ ਵਾ। ਮੈਂ ਜਿਹੜੀ ਗੱਲ ਅੱਜ ਡਿਸਕਸ ਕਰਨ ਜਾ ਰਿਹਾ ਕਿਉਂਕਿ ਮੈਂ ਇਸ ਮਸਲੇ ਦੇ ਉੱਤੇ ਤੁਹਾਨੂੰ ਪਤਾ ਹੀ ਆ, ਮੈਂ ਡਾਕੂਮੈਂਟਰੀ ਵੀ ਬਣਾਈ ਹੈ, ਮੈਂ ਬਹੁਤ ਰਿਸਰਚ ਕੀਤੀ ਹੈ, ਬਹੁਤ ਕੰਮ ਵੀ ਕੀਤਾ ਵਾ। ਮੈਂ ਹਰ ਗੱਲ ਦਾ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਅੱਜ ਦਾ ਸਵਾਲ ਇਹ ਆ ਕਿ ਇਹ ਕਰੀਬ 35-36 ਸਾਲ ਜਿਹੜੇ ਹੋ ਗਏ ਆ, ਇਸ ਦੇ ਬਾਵਜੂਦ ਇਹ ਜਿਹੜੀ ਦਰਦ ਆ, ਇਹ ਪੀੜ ਆ, ਇਹ ਕਿਉਂ ਬਰਕਰਾਰ ਆ? ਕਿ ਜਿਹੜੀ ਸਮੇਂ ਦੀ ਹੁਣ ਦੀ ਸਰਕਾਰ ਹੈ ਜਿਹੜੀ ਇਸ ਕਾਰਵਾਈ ਵਾਸਤੇ ਤਲਾਫੀ ਕਰ ਸਕਦੀ ਹੈ, ਪਛਤਾਤਾਪ ਕਰ ਸਕਦੀ ਹੈ? ਇਹਦੇ 'ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ ਵਾ। ਮੈਨੂੰ ਪਤਾ ਵਾ ਬਹੁਤ ਸਾਰੇ ਚੈਨਲਸ 'ਤੇ ਇਸੇ ਹੀ ਮਸਲੇ 'ਤੇ ਗੱਲ ਹੋ ਰਹੀ ਆ ਔਰ ਆਪਾਂ ਵੀ ਇਸੇ ਮਸਲੇ 'ਤੇ ਅੱਜ ਗੱਲ ਕਰਨੀ ਆ। ਸਾਡੇ 2 ਨੰਬਰਸ ਆ ਜਿਹੜੇ ਲਗਾਤਾਰ ਤੁਹਾਡੀ ਸਕਰੀਨ ਦੇ ਉੱਤੇ ਆ ਰਹੇ ਆ, ਉਹਨਾਂ ਨੰਬਰਸ 'ਤੇ ਤੁਸੀਂ ਕਾਲ ਕਰ ਸਕਦੇ ਜੇ। ਮੈਂ ਨੰਬਰਸ ਦੱਸ ਵੀ ਦੇਣਾ, 9165431320, 7187753585। ਇਹ ਮਸਲਾ, ਇਹ ਵਾਕਿਆ ਦੁਬਾਰਾ ਇੰਨੀ ਪੀੜਾ ਕਿਉਂ ਦਿੰਦਾ? ਹਰ ਸਾਲ ਇਹਨੂੰ ਅਸੀਂ ਜਦੋਂ ਯਾਦ ਕਰਦੇ ਹਾਂ ਉਦੋਂ ਅਸੀਂ ਕਿਉਂ ਸਾਡੇ ਮਨ ਦੇ ਵਿੱਚ ਇੰਨਾ ਗੁੱਸਾ ਆਉਂਦਾ ਵਾ? ਇਹਦੇ 'ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ। ਮੈਂ ਆਪਣੇ ਵੱਲੋਂ ਮੈਂ ਜਿਹੜੇ ਕਾਰਨ ਆ ਵੀ ਇਹ ਪੀੜਾ ਕਿਉਂ ਬਰਕਰਾਰ ਆ, ਇਹਦੇ 'ਤੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰੂੰਗਾ। ਮੈਂ ਕਿਉਂਕਿ ਇਹਦੇ ਤੁਹਾਨੂੰ ਦੱਸਿਆ ਵਾ ਕਾਫੀ ਕੰਮ ਕੀਤਾ ਵਾ, ਮੈਂ ਕਾਫੀ ਕਲੀਅਰ ਹਾਂ ਕਿ ਇਹ ਦਰਦ ਦੁਬਾਰਾ ਕਿਉਂ ਸਾਡੇ ਵਿੱਚ ਆਉਂਦੀ ਆ ਔਰ ਇਹਦੇ ਕਈ ਕਾਰਨ ਆ। ਮੈਂ ਉਹ ਵੀ ਕਾਰਨ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗਾ। ਮੈਂ ਫਿਰ ਦੱਸ ਦੇਵਾਂ ਕਿ ਜੇ ਤੁਸੀਂ ਆਪਣੇ ਵਿਚਾਰ ਦੇਣੇ ਹੋਣ, ਕਾਲ ਕਰਨੀ ਹੋਵੇ, ਸਾਡੇ 2 ਨੰਬਰਸ ਆ, ਦੋਵੇਂ ਨੰਬਰਸ ਤੁਹਾਡੀ ਸਕਰੀਨ 'ਤੇ ਆ ਰਹੇ ਆ। ਕੁਝ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਹ ਉਸ ਵੇਲੇ ਦੀਆਂ 1984 ਦੇ ਉਸ ਜਿਹੜੀ ਦਰਦਨਾਕ ਘਟਨਾ ਸੀ ਉਦੋਂ ਦੀਆਂ ਤਸਵੀਰਾਂ ਵਾ। ਆਪਰੇਸ਼ਨ ਬਲੂ ਸਟਾਰ ਦੀਆਂ ਕੁਝ ਤਸਵੀਰਾਂ ਵਾ। ਉਸ ਤੋਂ ਬਾਅਦ ਜਿਸ ਵੇਲੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਇਹ ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਗਏ ਉਹ ਆਪ ਵੇਖ ਕੇ ਹੈਰਾਨ ਹੋ ਗਏ ਵੀ ਅਸੀਂ ਕੀ ਕੀਤਾ ਵਾ। ਕੁਝ ਤਸਵੀਰਾਂ ਉਦੋਂ ਦੀਆਂ ਵਾ, ਕੁਝ ਜਿਹੜੀਆਂ ਮੁਜ਼ਾਹਰੇ ਹੋਏ ਉਸ ਵੇਲੇ ਦੀਆਂ ਤਸਵੀਰਾਂ ਵਾ। ਇਹ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਜੇ। ਮੈਂ ਫਿਰ ਦੱਸ ਦੇਵਾਂ
ਕਿ ਮੈਂ ਇਸ ਮਸਲੇ ਦੇ ਉੱਤੇ 9 ਪਾਰਟ ਦੀ ਇੱਕ ਡਾਕੂਮੈਂਟਰੀ ਵੀ ਕੀਤੀ ਆ ਜਿਹੜੀ YouTube ਦੇ ਉੱਤੇ ਉਪਲਬਧ ਆ। ਮੈਂ ਅੱਜ ਕੱਲ੍ਹ ਇੱਕ ਇੱਕ ਪਾਰਟ ਕਰਕੇ ਆਪਣੇ ਫੇਸਬੁੱਕ ਦੇ ਉੱਪਰ ਵੀ ਉਹ ਡਾਕੂਮੈਂਟਰੀ ਜਿਹੜੀ ਆ ਉਹ ਸਾਂਝੀ ਕਰ ਰਿਹਾ। 2-3 ਸੱਜਣ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਆ। ਵਰਿੰਦਰ ਰੰਧਾਵਾ, ਅਮਰਜੀਤ ਗੁਜਰਾਲ ਔਰ ਮਨਿੰਦਰ ਸੰਧੂ, ਇਹ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਮੈਂ ਦੱਸ ਰਿਹਾ ਸੀ ਵੀ ਕਈ ਕਾਰਨ ਆ ਜਿਹਦੇ ਕਰਕੇ ਇਹ ਘਟਨਾ ਦੁਬਾਰਾ ਦਰਦ ਦਿੰਦੀ ਆ, ਪੀੜਾ ਦਿੰਦੀ ਆ। ਇੱਕ ਤੇ ਆਪਰੇਸ਼ਨ ਬਲੂ ਸਟਾਰ ਜਿਸ ਵੇਲੇ ਹੋਇਆ ਉਸ ਤੋਂ ਬਾਅਦ ਬਹੁਤ ਲੋਕਾਂ 'ਚ ਗੁੱਸਾ ਸੀ, ਰੋਸ ਸੀ, ਪਰ ਇਸ ਦੇ ਬਾਵਜੂਦ ਇਹਦੇ ਤੇ ਕੋਈ ਇਨਕੁਆਇਰੀ ਨਹੀਂ ਕੀਤੀ ਗਈ। ਇਹ ਬੜੀ ਹੈਰਾਨੀ ਦੀ ਗੱਲ ਆ ਕਿ ਇਹ ਜਿਹੜਾ ਵਾਕਿਆ ਵਾ, ਜਿਹੜੀ ਇਹ ਘਟਨਾ ਵਾ, ਫੌਜੀ ਹਮਲਾ ਵਾ, ਇਹਦੇ ਤੇ ਇਨਕੁਆਇਰੀ ਨਹੀਂ ਕੀਤੀ ਗਈ। ਇਹ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ 1919 'ਚ ਜਿਸ ਵੇਲੇ ਜਲਿਆਂਵਾਲਾ ਬਾਗ ਦੀ ਘਟਨਾ ਵਾਪਰੀ ਸੀ, ਜਿਹਦੇ 'ਚ ਤੁਹਾਨੂੰ ਪਤਾ ਹੀ ਆ ਕਿ ਆਲਮੋਸਟ 550 ਲੋਕਾਂ ਦੀ ਜਾਨ ਚਲੀ ਗਈ ਸੀ, 1000 ਤੋਂ ਵੱਧ ਜ਼ਖਮੀ ਹੋ ਗਏ ਸੀ। ਉਸ ਵੇਲੇ ਵੀ ਮੁਲਕ ਸਾਰਾ ਹਿੱਲ ਗਿਆ ਸੀ ਵੀ ਇਹ ਕੀ ਹੋ ਗਿਆ, ਪਰ ਉਸ ਘਟਨਾ ਦੀ ਵੀ ਇਨਕੁਆਇਰੀ ਹੋਈ ਸੀ। ਹੰਟਰ ਕਮਿਸ਼ਨ ਬਿਠਾਇਆ ਗਿਆ ਸੀ ਔਰ ਉਸ ਇਨਕੁਆਇਰੀ ਤੋਂ ਬਾਅਦ ਜਿਹੜੇ ਅਫਸਰ ਨੇ ਇਹ ਕਾਰਵਾਈ ਕੀਤੀ ਸੀ, ਬ੍ਰਿਗੇਡੀਅਰ ਜਨਰਲ ਡਾਇਰ, ਉਹਨਾਂ ਨੂੰ ਰੈਪਰੀਮਾਂਡ ਵੀ ਕੀਤਾ ਗਿਆ ਔਰ ਉਹਨਾਂ ਨੂੰ ਔਰ ਬਾਕੀ ਜਿਹੜੇ ਅਫਸਰ ਇਨਵੋਲਵ ਸੀ ਉਹਨਾਂ ਨੂੰ ਸੈਂਸਰ ਕੀਤਾ ਗਿਆ, ਬਹੁਤ ਸਾਰਿਆਂ ਨੂੰ ਜਲਦੀ ਘਰ ਭੇਜ ਦਿੱਤਾ ਗਿਆ। ਪਰ ਇਸ ਵਾਕਿਆ ਦੀ ਕੋਈ ਇਨਕੁਆਇਰੀ ਨਾ ਫੌਜ ਨੇ ਇਨਕੁਆਇਰੀ ਕੀਤੀ, ਨਾ ਸਮੇਂ ਦੀ ਸਰਕਾਰ ਨੇ ਕੀਤੀ, ਨਾ ਪੰਜਾਬ ਸਰਕਾਰ ਨੇ ਕੀਤੀ। ਸੋ ਇਹ ਇੱਕ ਕਾਰਨ ਆ ਜਿਹਦੇ ਕਰਕੇ ਇਹ ਮਸਲਾ ਅੱਜ ਵੀ ਰੜਕਦਾ ਵਾ, ਇਹ ਮਸਲਾ ਅੱਜ ਵੀ ਦਰਦ ਦਿੰਦਾ ਵਾ। ਹੋਰ ਵੀ ਕਈ ਕਾਰਨ ਆ, ਮੈਂ ਇੱਕ ਇੱਕ ਕਰਕੇ ਉਸ ਕਾਰਨ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਰਾਮ ਸ਼ਰਮਾ ਬੇਨਤੀ ਕਰ ਰਿਹਾ। ਰਾਮ ਸ਼ਰਮਾ ਜੀ। ਸੰਧੂ ਸਾਹਿਬ, ਦਰਅਸਲ ਗੱਲ ਇਹ ਹੈ ਕਿ ਇਹ ਜਿਹੜਾ ਜ਼ਖਮ ਆ ਨਾ, ਇਹ ਹਮੇਸ਼ਾ ਅੱਲਾ ਹੀ ਰਹੂਗਾ ਔਰ ਇਸ ਜ਼ਖਮ ਦੇ ਹੀਲ ਹੋਣ ਦੇ ਕੋਈ ਚਾਂਸ ਹੈ ਨਹੀਂ ਜੀ, ਕਿਉਂਕਿ ਤੁਸੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਇਹ ਜ਼ਖਮ ਦਿੱਤਾ ਹੈ ਉਹਨਾਂ ਨੇ ਮੁੜ ਕੇ ਉਸ ਟਾਈਮ 'ਚ ਵੀ ਤੇ ਬਾਅਦ ਦੇ ਵਿੱਚ ਵੀ ਤੇ ਹੁਣ ਵੀ ਜਿਹੜੀ ਰਾਜ ਸੱਤਾ ਭੋਗੀ ਆ ਔਰ ਭੋਗ ਰਹੇ ਆ ਔਰ ਗਾਂ ਵਾਲੇ ਟਾਈਮ ਦੇ ਵਿੱਚ ਉਹ ਲਾਈਨ ਅਪ ਹੈ ਉਹਨਾਂ ਲੋਕਾਂ ਦਾ ਨੇ ਸਾਰਿਆਂ ਨੇ ਰਲ ਕੇ, ਜਿਹਦੇ 'ਚ ਬੀਜੇਪੀ ਵੀ ਸੀਗੀ, ਜਿਹਦੇ 'ਚ ਕਾਂਗਰਸ ਵੀ ਸੀਗੀ, ਜਿਹਦੇ 'ਚ ਅਕਾਲੀ ਵੀ ਸੀਗੇ ਔਰ ਜਿਹਦੇ 'ਚ ਕਈ ਹੋਰ ਪਾਸੇ ਵਾਲੇ ਘਨੌਰ ਚੌਧਰ ਸੀਗੇ, ਉਹ ਵੀ ਸੀਗੇ। ਇਸ ਕਰਕੇ ਜਿਹੜਾ ਇਹਦੀ ਕਿਸੇ ਨੇ ਵੀ ਦੇਖੋ 35-36 ਸਾਲ ਹੋ ਗਏ, ਕਿਸੇ ਬੰਦੇ ਨੂੰ ਜਿਹੜਾ ਹੈਗਾ ਉਹ ਜੇ ਚਾਰਜ ਕੀਤਾ ਤਾਂ ਉਵੇਂ ਪਿਆ ਹੈਗਾ। ਇਸ ਕਰਕੇ ਪਰ ਇਹ ਤੁਸੀਂ ਦੇਖੋ ਕਿ ਜਿਨ੍ਹਾਂ ਦੇ ਹਸਬੈਂਡ ਚਲੇ ਗਏ, ਜਿਨ੍ਹਾਂ ਬੱਚਿਆਂ ਦੇ ਮਾਪੇ ਚਲੇ ਗਏ ਨਿੱਕੇ ਹੁੰਦਿਆਂ ਦੇ, ਔਰ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਸੁਆਹ ਹੋ ਗਈਆਂ ਦਿੱਲੀ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ, ਉਹ ਇਹਨੂੰ ਕਿਸ ਤਰ੍ਹਾਂ ਭੁੱਲਣਗੇ? ਇਹ ਬਹੁਤ ਮੁਸ਼ਕਲ ਹੈ ਔਰ ਇਹ ਜ਼ਖਮ ਇਸੇ ਤਰ੍ਹਾਂ ਰਸਦਾ ਰਹੂਗਾ। ਪਰਮਾਤਮਾ ਕਰੇ ਕਿ ਇਹਦੇ ਵਾਸਤੇ ਕੋਈ ਹੀਲਾ ਕਰੇ, ਹੀਲ ਹੋਵੇ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਰਾਮ ਸ਼ਰਮਾ ਜੀ। ਵਰਿੰਦਰ ਰੰਧਾਵਾ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਉਹ ਕਹਿੰਦੇ ਨੇ ਹਾਂਜੀ, ਜ਼ਖਮ ਅੱਜ ਵੀ ਰਿਸਦੇ ਨੇ ਕਿਉਂਕਿ ਉਹਨਾਂ ਜ਼ਖਮਾਂ ਦੀ ਮਰਮ ਪੱਟੀ ਨਹੀਂ ਹੋਈ। ਇਹ ਵਰਿੰਦਰ ਰੰਧਾਵਾ ਉਹਨਾਂ ਦੇ ਫੇਸਬੁੱਕ ਤੇ ਕਮੈਂਟ ਆ। ਦਰਸ਼ਨ ਗਰੇਵਾਲ ਵੀ ਸਾਡੇ ਨਾਲ ਜੁੜ ਗਏ ਨੇ। ਅਮਰਜੀਤ ਕਹਿ ਰਹੇ ਨੇ ਕਿ ਜਿਹੜੀਆਂ ਮਾਈਨੋਰਿਟੀਜ਼ ਆ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਔਰ ਇਹ ਬੜੇ ਦੁੱਖ ਦੀ ਗੱਲ ਹੈ। ਮਲਕੀਤ ਸਿੰਘ ਕਹਿ ਰਹੇ ਨੇ ਕਿ ਵੀਰ ਜੀ, ਇਹਨਾਂ ਨੇ ਕੀ ਹੈਰਾਨ ਹੋਣਾ ਸੀ ਜਿਨ੍ਹਾਂ ਨੇ ਇਹ ਕੰਮ ਕਰਨਾ ਸੀ, ਕਿਉਂਕਿ ਇਹਨਾਂ ਨੇ ਇਹ ਅਭਿਆਸ ਪਹਿਲਾਂ ਹੀ ਕਰਨਾ, ਕਈ ਸਾਲ ਪਹਿਲਾਂ ਹੀ ਕਰਨਾ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਸੀ ਵੀ ਅਸੀਂ ਇਹ ਹਮਲਾ ਕਰਨਾ ਵਾ। ਸੋ ਉਹਨਾਂ ਨੇ ਇਹਦੇ ਵਾਸਤੇ ਪਛਤਾਤਾਪ ਕੀ ਕਰਨਾ ਵਾ ਜਾਂ ਉਹਨਾਂ ਨੇ ਤਲਾਫੀ ਕੀ ਕਰਨੀ ਆ। ਮਲਕੀਤ ਸਿੰਘ ਤੋਂ ਇਲਾਵਾ ਸੋਢੀ ਨਿੱਜਰ ਕਹਿ ਰਹੇ ਨੇ ਜੂਨ 1984 ਦੇ ਜ਼ਖਮ ਦੇਣ ਵਾਲੇ ਅੱਜ ਤੱਕ ਰਾਜ ਭੋਗ ਰਹੇ ਨੇ। ਸਾਡੀ ਕੌਮ ਕਦੋਂ ਸਮਝੂਗੀ ਇਹ ਕੋਈ ਪਤਾ ਨਹੀਂ। ਓਂਕਾਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਅੱਜ ਸਿਰਫ ਤੁਹਾਨੂੰ ਹੀ ਸੁਣਨਾ ਚਾਹੀਦਾ ਵਾ। ਬਹੁਤ ਮਿਹਰਬਾਨੀ ਜੀ ਓਂਕਾਰ ਜੀ, ਮੈਂ ਕੋਸ਼ਿਸ਼ ਕਰਦਾ ਕਿਉਂਕਿ ਮੈਂ ਇਸ ਮਸਲੇ ਦੇ ਉੱਤੇ ਰਿਸਰਚ ਕੀਤੀ, ਹੋਰ ਵੀ ਬਹੁਤ ਸੱਜਣਾਂ ਨੇ ਕੀਤੀ ਹੈ। ਜੋ ਮੈਂ ਕਹਿ ਰਿਹਾ ਮੈਂ ਕੋਈ ਜ਼ਰੂਰੀ ਨਹੀਂ ਕਿ ਇਹ ਲਾਸਟ ਵਰਡ ਆ, ਹੋਰ ਵੀ ਲੋਕਾਂ ਨੂੰ ਬਹੁਤ ਜਾਣਕਾਰੀ ਹੈ ਇਹਨਾਂ ਮਸਲਿਆਂ ਦੀ, ਲੇਕਿਨ ਮੈਂ ਆਪਣੇ ਵੱਲੋਂ ਜੋ ਮੇਰੀ ਕੋਸ਼ਿਸ਼ ਰਹੀ ਆ ਉਹ ਮੈਂ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦਾ ਰਿਹਾ। ਯਾਦਵਿੰਦਰ ਸਿੰਘ ਜਲਾਲ, ਸਤਨਾਮ ਸਿੰਘ ਧਾਮੀ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਇਹ ਮਸਲਾ ਅੱਜ ਵੀ ਕਿਉਂ ਰਿਸਦਾ ਵਾ, ਅੱਜ ਵੀ ਇਹ ਕਿਉਂ ਮਸਲਾ ਪੀੜਾ ਦਿੰਦਾ ਵਾ? 36 ਸਾਲ ਹੋ ਗਏ ਆ
ਕੀ ਇਹਦਾ ਕੋਈ ਹੱਲ ਹੈ? ਕੀ ਸਮੇਂ ਦੀ ਸਰਕਾਰ, ਹੁਣ ਦੀ ਸਰਕਾਰ ਇਹਦੇ ਵਾਸਤੇ ਕੋਈ ਤਲਾਫੀ ਕਰ ਸਕਦੀ ਹੈ, ਪਛਤਾਤਾਪ ਕਰ ਸਕਦੀ ਹੈ? ਜੇ ਕਰ ਸਕਦੀ ਹੈ ਤੇ ਕੀ ਹੋ ਸਕਦਾ ਵਾ? ਇਹਦੇ ਤੇ ਅਸੀਂ ਅੱਜ ਵਿਚਾਰ ਚਰਚਾ ਕਰ ਰਹੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ, ਨਿਊਯਾਰਕ ਤੋਂ। ਹਾਂਜੀ ਹਾਂਜੀ ਪ੍ਰੇਮਪੁਰਾ ਜੀ, ਸਵਾਗਤ ਹੈ। ਅੱਜ ਆਪਾਂ ਬਹੁਤ ਇੱਕ ਸੰਗੀਨ ਮਸਲੇ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ। 1984 ਜੂਨ 1984 ਦੀ ਘਟਨਾ 36 ਸਾਲ ਪਹਿਲਾਂ ਜਿਹੜੀ ਵਾਪਰੀ ਸੀ, ਉਹਦੇ ਬਾਰੇ ਗੱਲ ਕਰ ਰਹੇ। ਹਾਂਜੀ ਪ੍ਰੇਮਪੁਰਾ ਜੀ, ਕੀ ਕਹੋਗੇ? ਹਾਂਜੀ, ਸਾਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਜੀ ਤੇ ਕੌਣ ਨਹੀਂ ਮੰਗ ਰਿਹਾ, ਇਹ ਵਿਚਾਰ ਬੜੀ ਗੰਭੀਰ ਹੈ ਔਰ ਬੜੀ ਦੁਖਦਾਈ ਹੈ। ਜੀ। ਕੋਈ ਵੀ ਚੋਰੀ ਜੇ ਲੱਭਣੀ ਹੋਵੇ, ਜੇ ਘਰ ਦੇ ਨਾਲ ਕਰਾਉਣ ਵਾਲੇ ਹੋਣ ਤਾਂ ਫੇਰ ਨਹੀਂ ਉਹ ਲੱਭਦੀ ਜੀ। ਔਰ ਜਿਹੜੇ 5 ਵਾਰੀ ਪੰਥਕ ਦਾ ਨਾਂ ਲੈ ਕੇ, ਪੰਥਕ ਸਰਕਾਰ ਦਾ ਨਾਂ ਲੈ ਕੇ 5 ਵਾਰੀ ਮੁੱਖ ਮੰਤਰੀ ਬਣ ਚੁੱਕੇ ਹੋਣ ਤੇ ਉਹਨਾਂ ਨੂੰ ਕਿਹਾ ਜਾਵੇ ਸਰ ਜੀ ਇਹਦਾ ਕੁਝ ਕਰੋ, ਕਹਿੰਦਾ ਵੀ ਹੁਣ ਪੁਰਾਣੇ ਉਖੜੇ ਮੁਰਦੇ ਨਹੀਂ ਪਟਨੇ ਚਾਹੀਦੇ, ਭੁੱਲ ਜਾਣਾ ਚਾਹੀਦਾ। ਤੇ ਜਦੋਂ ਸਾਡੇ ਘਰ ਦੇ ਹੀ ਨਾਲ ਹੋਣ ਤੇ ਅਸੀਂ ਕਿਤੇ ਕੋਈ ਇਨਸਾਫ ਤੇ ਸੈਂਟਰ ਨੇ ਦੇਣਾ ਕੋਈ ਨਹੀਂ ਜੀ। ਤੇ ਜਿਹੜੇ ਸਾਡੇ ਸਰਕਾਰਾਂ ਨੇ ਉਹਨਾਂ ਹੀ, ਤੁਸੀਂ ਸਾਡੇ ਮਾਈ ਬਾਪ ਹੋ, ਤੁਸੀਂ ਨਹੀਂ ਸਾਨੂੰ ਇਨਸਾਫ ਲੈ ਕੇ ਦੇਣਾ ਤੇ ਅਸੀਂ ਕਿਤੇ ਅੱਗੇ ਰੋਣਾ ਜਾ ਕੇ। ਜੀ ਬਿਲਕੁਲ ਇਹ ਆਪ ਹੀ ਤੇ ਕਰਾਉਣ ਵਾਲੇ ਸੀ। ਬਿਲਕੁਲ ਸਹੀ ਹੈ। ਆਹ ਕਮੀ ਹੈ। ਹਾਂ, ਇਹਨਾਂ ਨੂੰ ਰਾਜ ਦਿੱਤਾ 5 ਵਾਰੀ ਪਰ ਇਹਨਾਂ ਨੂੰ ਇਨਸਾਫ ਨਹੀਂ ਸਾਨੂੰ ਲੈ ਕੇ ਦਿੱਤਾ। ਪ੍ਰੇਮਪੁਰਾ ਜੀ ਇੱਕ ਮਿੰਟ ਹੋਲਡ ਕਰਿਓ। ਸਤਨਾਮ ਸਿੰਘ ਧਾਮੀ ਦਾ ਕਮੈਂਟ ਆ ਕਿ ਜੇਕਰ ਅਮਰੀਕਾ ਦੀ ਸਰਕਾਰ ਜਾਪਾਨੀਆਂ ਤੋਂ ਅਤੇ ਕੈਨੇਡਾ ਦੀ ਸਰਕਾਰ ਕਾਮਾਗਾਟਾ ਮਾਰੂ ਵਾਸਤੇ ਮਾਫੀ ਮੰਗ ਸਕਦੀ ਹੈ ਤਾਂ ਭਾਰਤ ਸਰਕਾਰ ਇਸ ਦੀ ਮਾਫੀ ਕਿਉਂ ਨਹੀਂ ਮੰਗਦੀ? ਇਹਦੇ ਬਾਰੇ ਤੁਹਾਡੀ ਟਿੱਪਣੀ। ਉਹ ਮਾਫੀ ਤਾਡੀ ਨਹੀਂ ਨਾ ਮੰਗਦੀ, ਅਸੀਂ ਨਾਲ ਰਲੇ ਆ। ਓਕੇ, ਸੋ ਸਮੇਂ ਦੀਆਂ ਸਰਕਾਰਾਂ ਨਾਲ ਅਸੀਂ ਰਲੇ ਆ ਨਾ, ਇਹ ਕੰਮ ਕਰਵਾਉਣ ਚ ਅਸੀਂ ਨਾਲ ਰਲੇ ਆ। ਅਸੀਂ ਜਿੰਨੀ ਸਰਕਾਰ ਗੁਨਾਹਗਾਰ ਉਨੇ ਅਸੀਂ ਆ। ਮਿਹਰਬਾਨੀ, ਥੈਂਕ ਯੂ ਪ੍ਰੇਮਪੁਰਾ ਜੀ, ਥੈਂਕ ਯੂ। ਜਿਹੜੀਆਂ ਸਰਕਾਰਾਂ ਪੰਜਾਬ 'ਚ ਵੀ ਆਈਆਂ ਉਹ ਵੀ ਨਾਲ ਰਲੀਆਂ ਵਾ ਔਰ ਇਸੇ ਕਰਕੇ ਇਹਦੇ ਵਾਸਤੇ ਇਨਸਾਫ ਨਹੀਂ ਮਿਲ ਰਿਹਾ। ਦਵਿੰਦਰ ਸਿਆਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਆ। ਮਿਹਰਬਾਨੀ ਦਵਿੰਦਰ ਸਿਆਂ ਜੀ। ਨਰਿੰਦਰ ਤਿਵਾਣਾ ਵੀ, ਉਹਨਾਂ ਦਾ ਵੀ ਤਾਜ਼ਾ ਕਮੈਂਟ ਆਇਆ। ਸੋਢੀ ਨਿੱਜਰ ਕਹਿ ਰਹੇ ਨੇ ਕਿ ਇਨਸਾਫ ਮੰਗਣ ਵਾਲੀ ਕੌਮ ਨੂੰ ਤਾਂ ਅੱਜ ਤੱਕ ਕੌਮ ਦੇ ਪ੍ਰਚਾਰਕਾਂ ਨੇ ਇੰਨਾ ਉਲਝਾ ਦਿੱਤਾ ਕਿ ਇਨਸਾਫ ਮੰਗਣਾ ਤਾਂ ਬਹੁਤੇ ਲੋਕ ਭੁੱਲ ਹੀ ਗਏ ਨੇ। ਰਾਣਾ ਪਰਮਜੋਤ ਵੀ ਫੇਸਬੁੱਕ ਤੇ ਉੱਪਰ ਆ ਗਏ ਨੇ। ਉਹ ਕਹਿ ਰਹੇ ਨੇ ਮਾਈ ਕੁਐਸਚਨ ਇਜ਼, ਇਹ ਸੀਕੁਐਂਸ ਆਫ ਇਵੈਂਟਸ ਕੀ ਸੀ? ਇਹ ਘਟਨਾ ਕਿਵੇਂ ਵਾਪਰੀ? ਪਹਿਲਾਂ ਕੀ ਹੋਇਆ, ਉਸ ਤੋਂ ਬਾਅਦ ਕੀ ਹੋਇਆ? ਪਰਮਜੋਤ ਜੀ, ਇਸ ਪ੍ਰੋਗਰਾਮ ਦੇ ਵਿੱਚ ਤੇ ਮੈਂ ਸ਼ਾਇਦ ਪੂਰਾ ਘਟਨਾਕ੍ਰਮ ਨਹੀਂ ਦੇ ਸਕਦਾ, ਪਰ ਮੈਂ ਆਪਣੀ ਡਾਕੂਮੈਂਟਰੀ ਜਿਹੜੀ ਆ 9 ਪਾਰਟ ਦੀ ਡਾਕੂਮੈਂਟਰੀ, ਉਹਦੇ 'ਚ ਪਹਿਲੀ 1 2 3 ਪਾਰਟ ਜਿਹੜੇ ਆ ਉਹਦੇ 'ਚ ਮੈਂ ਬਿਲਡਅਪ ਹੀ ਦੱਸਿਆ ਵਾ ਵੀ ਕੀ ਵਾਕਿਆ 1983 84 'ਚ ਹੋਏ ਔਰ ਉਸ ਤੋਂ ਬਾਅਦ ਫਿਰ ਜੂਨ 1984 ਦਾ ਪਹਿਲੇ ਹਫਤੇ ਦੇ 'ਚ ਵਾਕਿਆ ਹੋਇਆ। ਸੋ ਸੀਕੁਐਂਸ ਜੇ ਤੁਸੀਂ ਡਾਕੂਮੈਂਟਰੀ ਵੇਖੋ ਤਾਂ ਉਹਦੇ 'ਚ ਕਾਫੀ ਕਲੀਅਰ ਆ। ਲੇਕਿਨ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਦੱਸੋ, ਪੁੱਛੋ, ਮੈਂ ਉਹਦਾ ਵੀ ਤੁਹਾਨੂੰ ਜਵਾਬ ਦੇ ਦੇਣਾ। ਮੀਨਵੈਲ ਕੁਲਵਿੰਦਰ ਕੌਰ, ਰਵਿੰਦਰ ਸਿੰਘ ਸੋਢੀ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਮੈਂ ਗੱਲ ਕਰ ਰਿਹਾ ਸੀ ਕਿ ਇਹ ਘਟਨਾ ਅੱਜ ਵੀ ਇੰਨਾ ਦੁੱਖ, ਇੰਨੀ ਪੀੜ ਕਿਉਂ ਦਿੰਦੀ ਆ? ਉਹਦੇ ਕਈ ਕਾਰਨ ਨੇ। ਪਹਿਲੀ ਗੱਲ ਤੇ ਇਹਦੀ ਕੋਈ ਚੰਗੀ ਇਨਕੁਆਇਰੀ ਨਹੀਂ ਕੀਤੀ ਗਈ ਕਿ ਇਹਦੇ ਵਾਸਤੇ ਕੌਣ ਗੁਨਾਹਗਾਰ ਸੀ। ਕੀ ਉਸ ਵੇਲੇ ਸਮੇਂ ਦੀ ਸਰਕਾਰ ਗੁਨਾਹਗਾਰ ਸੀ? ਕੀ ਪੰਜਾਬ ਦੇ ਕੁਝ ਲੋਕੀ ਗੁਨਾਹਗਾਰ ਸੀ? ਕੀ ਅਕਾਲੀ ਦਲ, ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਕੀ ਭੂਮਿਕਾ ਸੀ? ਹਥਿਆਰਬੰਦ ਖਾੜਕੂਆਂ ਦੀ ਕੀ ਭੂਮਿਕਾ ਸੀ? ਸੰਤ ਜਰਨੈਲ ਸਿੰਘ ਦੀ ਕੀ ਭੂਮਿਕਾ ਸੀ? ਔਰ ਉਸ ਤੋਂ ਬਾਅਦ ਫੌਜ ਜਿਹਨੇ ਇਹ ਕਾਰਵਾਈ ਕੀਤੀ, ਇਸ ਤਰੀਕੇ ਨਾਲ ਕਾਰਵਾਈ ਕੀਤੀ, ਉਹਦੀ ਕੀ ਭੂਮਿਕਾ ਸੀ? ਮੈਨੂੰ ਅੱਜ ਕੱਲ੍ਹ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸ਼ਖਸ, ਕਾਲੇ ਰੰਗ ਦਾ ਸ਼ਖਸ ਜਿਹਦੀ ਮੌਤ ਹੋ ਗਈ ਆ, ਸਾਰੇ ਮੁਲਕ ਦੇ ਵਿੱਚ ਉੱਥੇ ਦੰਗੇ ਹੋ ਰਹੇ ਆ, ਉੱਥੇ ਮੁਲਕ ਦੇ ਵਿੱਚ ਉੱਥੇ ਹਿੰਸਾ ਹੋ ਰਹੀ ਆ ਔਰ ਉੱਥੋਂ ਬੜੀ ਕਲੀਅਰ ਹੈ ਗੱਲ। ਲੋਕੀ ਇਤਰਾਜ਼ ਕਰ ਰਹੇ ਆ ਵੀ ਤੁਸੀਂ ਫੌਜ ਆਪਣੇ ਲੋਕਾਂ ਤੇ ਕਿਉਂ ਵਰਤ ਰਹੇ ਜੇ, ਨੈਸ਼ਨਲ ਗਾਰਡਸ ਆਪਣੇ ਲੋਕਾਂ ਤੇ ਕਿਉਂ ਵਰਤ ਰਹੇ ਜੇ। ਲੇਕਿਨ ਇੱਥੇ ਫੌਜ ਬੜੇ ਵੱਡੇ ਪੱਧਰ ਤੇ ਵਰਤੀ ਗਈ, ਟੈਂਕਾਂ ਦਾ ਇਸਤੇਮਾਲ ਕੀਤਾ ਗਿਆ, ਤੋਪਾਂ ਦਾ ਇਸਤੇਮਾਲ ਕੀਤਾ ਗਿਆ। ਕੀ ਇਹ ਜਾਇਜ਼ ਸੀ? ਇਹਦੀ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ ਔਰ ਇਸੇ ਕਰਕੇ ਇਹ ਮਸਲਾ ਅੱਜ ਵੀ ਰੜਕਦਾ ਵਾ। ਇੱਕ ਤੇ ਇਹ ਬਹੁਤ ਵੱਡਾ ਕਾਰਨ ਹੈ, ਮੈਂ ਅੱਜ ਤੱਕ ਕਹਿੰਦਾ ਆਇਆ ਵਾਂ, ਅੱਜ ਵੀ ਸਮਾਂ ਹੈ ਇਸ ਮਸਲੇ ਦੀ ਇਨਕੁਆਇਰੀ, ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਕੁਛ ਲੋਕੀ ਦੁਨੀਆ ਤੋਂ ਚਲੇ ਗਏ ਆ ਲੇਕਿਨ ਕੁਛ ਲੋਕੀ ਹਾਲੀ ਵੀ ਨੇ ਔਰ ਜੇ ਇਨਕੁਆਇਰੀ ਹੋਵੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਕਿ ਕੀ ਜਿੰਨੀ ਫੋਰਸ ਯੂਜ਼ ਹੋਣੀ ਚਾਹੀਦੀ ਸੀਗੀ ਹਥਿਆਰਬੰਦ ਲੋਕਾਂ ਨੂੰ ਬਾਹਰ ਕੱਢਣ ਵਾਸਤੇ, ਕੀ ਉਸ ਤੋਂ ਵੱਧ ਕਿੰਨੇ ਗੁਣਾ ਉਸ ਤੋਂ ਵੱਧ ਫੋਰਸ ਯੂਜ਼ ਕੀਤੀ ਗਈ। ਇਹਦੇ ਵਾਸਤੇ ਇੱਕ ਇਨਕੁਆਇਰੀ ਹੀ ਇਹਦਾ ਜਵਾਬ ਦੇ ਸਕਦੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ?
ਮੈਂ ਰਜਿੰਦਰ ਬੋਲ ਰਿਹਾ ਨਿਊਯਾਰਕ ਤੋਂ। ਹਾਂਜੀ ਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੰਦੂ ਸਾਹਿਬ, ਹਾਂਜੀ ਦੇਖੋ ਵਾਈਟ ਪੇਪਰ ਇੰਗਲੈਂਡ ਵਾਲਿਆਂ ਨੇ 30 ਸਾਲ ਬਾਅਦ ਇਸ਼ੂ ਕਰ ਦਿੱਤਾ। ਉਹਨੇ ਕਹਿਤਾ ਵੀ ਕੌਣ ਕੌਣ, ਕਿਸੇ ਨੇ ਵੀ ਇੱਥੋਂ ਯਾਨੀ ਕਿ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਥੇ ਲੋਕਾਂ ਨੂੰ ਯਾਦ ਹੋ ਜਾਏ ਕੌਣ ਕੌਣ ਜ਼ਿੰਮੇਵਾਰ ਆ ਜੀ, ਕਿਉਂਕਿ ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਆ ਉਹੋ ਹੀ ਇੰਨੇ ਚਿਰਾਂ ਦੇ ਸੱਤਾ ਵਿੱਚ ਆਏ ਆ, ਸਾਰਿਆਂ ਨੂੰ ਪਤਾ ਜੀ। ਸਭ ਤੋਂ ਵੱਡਾ ਬੰਦਾ ਜਿਹੜਾ ਇਸ ਲਈ ਜਿੰਦਾ ਇੱਕੋ ਇੱਕ ਬੰਦਾ ਜਿਹਨੂੰ ਸਾਰਾ ਪਤਾ ਹੈ ਕੀ ਹੋਇਆ, ਜਿਹੜਾ ਡਰਾਮਾ ਹੋਇਆ। ਦੇਖੋ ਸੰਧੂ ਸਾਹਿਬ, ਹਰਮੰਦਰ ਸਾਹਿਬ ਤੇ ਤੁਸੀਂ ਕਹਿੰਦੇ ਆ ਸੰਤ ਭਿੰਡਰਾਂ ਵਾਲੇ ਉੱਥੇ ਸੀਗੇ ਤਾਂ ਅਟੈਕ ਕੀਤਾ, ਬਾਕੀ 72 ਗੁਰਦੁਆਰਿਆਂ ਦੇ ਉੱਤੇ ਉਸ ਟਾਈਮ ਅਟੈਕ ਹੋਇਆ, ਉੱਥੇ ਕੌਣ ਲੁਕਿਆ ਸੀ? ਸਿਰਫ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਹਨਾਂ ਨੇ ਇਹ ਡਰਾਮਾ ਕੀਤਾ, ਡਰਾਵਾ ਦੇਣ ਲਈ ਕਿ ਕਦੀ ਇਹ ਖਾਲਿਸਤਾਨ ਨਾ ਮੰਗਣ ਜੀ। ਦੂਜੀ ਗੱਲ ਆ ਜੀ, ਨਿਰੰਕਾਰੀ ਕਾਂਡ ਜਿਹੜਾ ਕੀਤਾ ਇਹਨੇ ਕਰਾਇਆ, ਇਹ ਕਰਾਇਆ ਗਿਆ ਕਿ ਦੋਸ਼ ਲੱਗੇ ਤੇ ਭੜਕੇ ਕਿ ਇਹ ਤੇ ਹੋਰ ਅਟੈਕ ਹੋ ਜਾਵੇ, ਇਹਨੇ ਕਰਾਇਆ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ। ਦੋਸ਼ ਲਾਉਣ ਦਾ ਇੱਕ ਰੀਜ਼ਨ ਸੀਗਾ ਜੀ। ਤੇ ਬਾਕੀ ਤੁਸੀਂ ਸਰਕਾਰ ਵਿੱਚ ਆ, ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਥੋੜਾ ਜਿਹਾ ਇਹ ਪਿੱਛੇ ਹਟ ਕੇ, ਇਹ ਤੋਂ ਥੋੜਾ ਜਿਹਾ ਹਟ ਕੇ ਅਨਬਾਲ ਵੀ ਆ ਕਿ ਸੰਧੂ ਸਾਹਿਬ ਇਹ ਗੱਲ ਸੱਚੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਜਿੰਨੇ ਵੀ MLA ਆ, ਜਿੰਨੇ ਵੀ ਇੱਥੇ ਦੇ ਇਹ ਹੈਗੇ ਆ MP ਨਹੀਂ, ਜਿੰਨੇ MLA ਆ, ਜਿੰਨੇ ਮਿਨਿਸਟਰ ਆ, ਉਹਨਾਂ ਦੀ ਜਿੰਨੀ ਇਨਕਮ ਆ ਉਹਨਾਂ ਦਾ ਇਨਕਮ ਟੈਕਸ ਆਪਣੀ BA ਚੋਂ ਦਿੰਦੇ ਆ? ਜਿਹੜੇ ਮੰਤਰੀ ਆ ਜੀ ਔਰ ਜਿਹੜੇ MLA ਆ ਉਹਨਾਂ ਦੇ ਇਨਕਮ ਟੈਕਸ ਜਿਹੜਾ ਵਾ ਉਹ ਸਰਕਾਰ ਦਿੰਦੀ ਹੈ। ਕਿਉਂ ਜੀ? ਇਹ ਡਾਕਾ ਨਹੀਂ, ਪੰਜਾਬ ਦੇ ਲੋਕਾਂ ਤੇ ਡਾਕਾ ਨਹੀਂ? ਰਜਿੰਦਰ ਜੀ, ਇਹਦੇ ਤੇ ਆਪਾਂ ਕਿਸ ਦਿਨ ਆਪਾਂ ਗੱਲ ਕਰ ਲਾਂਗੇ। ਤੁਸੀਂ ਨਹੀਂ ਸਵਾਲ ਪੁੱਛਿਆ, ਅੱਜ ਆਪਾਂ ਆਪਰੇਸ਼ਨ ਬਲੂ ਸਟਾਰ ਬਹੁਤ ਸੰਗੀਨ ਮਸਲਾ ਵਾ ਜਿਹੜੀ ਇੱਕ ਤੁਸੀਂ ਗਏ ਆ, ਤੁਸੀਂ ਇਹ ਗੱਲ ਫੋਲੀ ਆ ਕਿ ਇੱਥੇ ਤੱਕ ਲੁੱਟ ਹੋ ਰਹੀ ਆ ਲੋਕਾਂ ਦੀ। ਅਸੀਂ ਇਹ ਲਿਖ ਕੇ ਦੇਤਾ ਸੀ ਵੀ ਇਨਕਮ ਟੈਕਸ ਜਿਹੜਾ ਵਾ ਸਾਨੂੰ ਆਪ ਭਰਨ ਦਿਓ। ਨਹੀਂ ਮੇਰੀ ਗੱਲ ਦਾ ਪੁਆਇੰਟ ਇਹ ਆ ਵੀ ਅਗੇਨ ਰਜਿੰਦਰ ਜੀ, ਆਪਾਂ ਇਹ ਮਸਲਾ ਮਤਲਬ ਅੱਜ ਦੇ ਮਸਲੇ ਦੇ ਵਿੱਚ ਕੋਈ ਇਹ ਦੋਵਾਂ ਦਾ ਮੇਲ ਹੈ? ਮਤਲਬ ਆਪਣਿਆਂ ਨੂੰ ਪੁੱਛ ਕੇ ਵੇਖੋ ਆਪਾਂ ਕੀ ਕਰ ਰਹੇ ਹਾਂ। ਇੱਕ ਆਪ ਪਾਰਟੀ ਸ਼ਾਇਦ ਇੱਕ ਦੋ ਬੰਦੇ, ਮੈਂ ਵੈਸੇ ਹੈਰਾਨ ਆ ਕਿ ਕੁਝ ਲੋਕ ਜਿਹੜੇ ਆ ਇੰਨੇ ਸੰਗੀਨ ਮਸਲੇ ਵੇਲੇ ਦਿਨ ਵੀ ਇੱਕ ਮਸਲਾ ਹੋਰ ਜਦੋਂ ਮਰਜ਼ੀ ਡਿਸਕਸ ਕਰ ਲਓ। ਮੈਂ ਤੇ ਰੋਜ਼ ਹੀ ਆਉਣਾ, ਮੈਂ ਹਫਤੇ 3 ਦਿਨ ਸ਼ੋਅ ਕਰਨਾ ਆਉਣਾ ਵਾ। ਖੈਰ, ਅਵਤਾਰ ਬੈਦਵਾਨ ਕਹਿ ਰਹੇ ਨੇ ਕਿ ਅੱਜ ਵੀ ਜਦੋਂ ਇਸ ਘਟਨਾ ਨੂੰ ਯਾਦ ਕਰੀਦਾ ਤੇ ਸਰੀਰ ਕੰਬਣ ਲੱਗ ਪੈਂਦਾ। ਵਾਕਈ ਮੈਂ ਆਪਣੀ ਡਾਕੂਮੈਂਟਰੀ ਕਈ ਵਾਰ ਆਪਣੇ ਆਪ ਜਦੋਂ ਵੇਖਦਾ ਵਾਂ ਤੇ ਵਾਕਈ ਉਦੋਂ ਸਰੀਰ ਕੰਬਣ ਲੱਗ ਪੈਂਦਾ। ਨਰਿੰਦਰ ਤੂਰ, ਰਵਿੰਦਰ ਸਿੰਘ ਸੋਢੀ, ਨਿਰਮਲ ਕੌਰ ਔਰ ਸਾਧੂ ਸਿੰਘ ਸੰਧੂ ਵੀ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਮੈਂ ਗੱਲ ਕਰ ਰਿਹਾ ਸੀ ਵੀ ਇਹ ਘਟਨਾ ਅੱਜ ਵੀ ਇੰਨੀ ਦਰਦ ਕਿਉਂ ਦਿੰਦੀ ਆ। ਪਹਿਲੀ ਗੱਲ ਤੇ ਇਹਦੀ ਇਨਕੁਆਇਰੀ ਨਹੀਂ ਹੋਈ, ਔਰ ਮੈਂ ਫਿਰ ਦੱਸਣਾ ਚਾਹੁੰਦਾ ਵਾਂ ਕਿ ਜਲਿਆਂਵਾਲਾ ਬਾਗ ਦੀ ਵੀ ਇਨਕੁਆਇਰੀ ਹੋਈ ਸੀ ਔਰ ਬ੍ਰਿਗੇਡੀਅਰ ਜਨਰਲ ਡਾਇਰ ਜਿਹਨੇ ਉਹ ਘਟਨਾ ਕੀਤੀ ਸੀ ਉਹਨੂੰ ਤਾੜਿਆ ਗਿਆ ਸੀ, ਉਹਨੂੰ ਵਾਪਸ ਬੁਲਾ ਲਿਆ ਗਿਆ ਸੀ ਔਰ ਬਾਕੀ ਅਫਸਰ ਜਿਹੜੇ ਸੀ ਉਹਨਾਂ ਨੂੰ ਕੁਝ ਨੂੰ ਸੈਂਸਰ ਦਿੱਤਾ ਗਿਆ, ਵਾਰਨਿੰਗ ਦਿੱਤੀ ਗਈ ਔਰ ਕੁਝ ਲੋਕਾਂ ਨੂੰ ਅਰਲੀ ਉਹਨਾਂ ਦੀ ਰਿਟਾਇਰਮੈਂਟ ਹੋ ਗਈ। ਹੋਰ ਵੀ ਕਈ ਕਾਰਨ ਆ ਜਿਹਦੇ ਕਰਕੇ ਇਹ ਮਸਲਾ ਅੱਜ ਵੀ ਦੁੱਖ ਦਿੰਦਾ, ਪੀੜਾ ਦਿੰਦਾ। ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸਨ ਕਰੀਬ ਉਹਨਾਂ ਸਾਰਿਆਂ ਨੂੰ ਜਾਂ ਤੇ ਪ੍ਰਮੋਸ਼ਨਸ ਦਿੱਤੀਆਂ ਗਈਆਂ ਔਰ ਜਾਂ ਉਹਨਾਂ ਨੂੰ ਬਹਾਦਰੀ ਦੇ ਤਕਮੇ ਦਿੱਤੇ ਗਏ, ਖਾਸ ਕਰਕੇ ਫੌਜੀ ਅਫਸਰ। ਮੈਂ ਦੱਸਣਾ ਚਾਹੁੰਦਾ ਵਾਂ ਕਿ ਇਸ ਆਪਰੇਸ਼ਨ ਦੀ ਜ਼ਿੰਮੇਵਾਰੀ ਜਿਹੜੀ ਮੁੱਖ ਤੌਰ ਤੇ ਦਿੱਤੀ ਗਈ ਸੀ ਉਸ ਵੇਲੇ ਦੇ ਡਿਵੀਜ਼ਨ ਕਮਾਂਡਰ ਸੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਬਾਅਦ ਦੇ ਵਿੱਚ ਉਹ ਲੈਫਟੀਨੈਂਟ ਜਨਰਲ ਬਣੇ ਔਰ ਆਰਮੀ ਕਮਾਂਡਰ ਵੀ ਬਣੇ। ਉਸ ਵੇਲੇ ਵੈਸਟਰਨ ਕਮਾਂਡ ਦੇ ਚੀਫ ਆਫ ਸਟਾਫ ਸੀ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ, ਉਹ ਬਾਅਦ ਦੇ ਵਿੱਚ ਆਰਮੀ ਕਮਾਂਡਰ ਬਣੇ। ਉਸ ਵੇਲੇ ਦੇ ਆਰਮੀ ਕਮਾਂਡਰ ਸਨ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ, ਉਹ ਬਾਅਦ ਦੇ ਵਿੱਚ ਆਰਮੀ ਚੀਫ ਬਣੇ। ਸੋ ਕਰੀਬ ਸਾਰਿਆਂ ਨੂੰ ਜਿਹੜੇ ਸੀਨੀਅਰ ਅਫਸਰ ਸਨ ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ। ਮੇਰੇ ਹਿਸਾਬ ਦੇ ਨਾਲ ਜੇ ਇਨਕੁਆਇਰੀ ਹੁੰਦੀ ਤੇ ਇਹ ਬਹੁਤ ਸਾਰਿਆਂ ਨੂੰ ਸ਼ਾਇਦ ਘਰ ਭੇਜਣਾ ਪੈਣਾ ਸੀ। ਇਹਦੇ ਨਾਲ 23 ਮਾਰਚ 1985 ਨੂੰ ਬਹੁਤ ਸਾਰੇ ਜਿਹੜੇ ਫੌਜੀ ਅਫਸਰ ਇਹਦੇ 'ਚ ਇਨਵੋਲਵ ਸੀ, ਕੁਝ ਮਾਰੇ ਗਏ ਸੀ, ਉਹਨਾਂ ਨੂੰ ਤਕਮੇ ਦਿੱਤੇ ਗਏ, ਜਿਹਦੇ 'ਚ ਸਭ ਤੋਂ ਵੱਡਾ ਪੀਸ ਟਾਈਮ ਦਾ ਅਵਾਰਡ ਹੁੰਦਾ ਵਾ ਅਸ਼ੋਕ ਚੱਕਰਾ। 5 ਬੰਦਿਆਂ ਨੂੰ ਅਸ਼ੋਕ ਚੱਕਰਾ ਦਿੱਤਾ ਗਿਆ। ਰਾਸ਼ਟਰਪਤੀ ਨੇ ਆਬਜੈਕਸ਼ਨ ਕੀਤਾ, ਉਹਨਾਂ ਦੇ ਆਬਜੈਕਸ਼ਨ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਰੈਲ ਸਿੰਘ, ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਸਾਈਟੇਸ਼ਨ ਹੁੰਦੀਆਂ, ਜਿਹੜੀ ਪੜ੍ਹੀ ਜਾਂਦੀ ਸਾਈਟੇਸ਼ਨ, ਉਹਦੇ 'ਚ ਆਪਰੇਸ਼ਨ ਬਲੂ ਸਟਾਰ ਵਰਡ ਕੱਢਤਾ ਗਿਆ। ਪਰ ਇਹਨਾਂ ਸਾਰਿਆਂ ਨੂੰ ਇਸ
ਆਪਰੇਸ਼ਨ ਕਰਕੇ ਹੀ ਇਹ ਤਕਮੇ ਦਿੱਤੇ ਗਏ ਸੀ। ਇਹਦੀ ਵੀ ਇਹ ਵੀ ਆਪਣੇ ਬੰਦਿਆਂ ਨੂੰ ਆਪਣੇ ਲੋਕਾਂ ਦੇ ਖਿਲਾਫ ਕਾਰਵਾਈ ਵਾਸਤੇ ਤਕਮੇ ਦੇਣਾ ਨਹੀਂ ਬਣਦਾ। ਇਹ ਵੀ ਇੱਕ ਕਾਰਨ ਆ ਜਿਹਦੇ ਕਰਕੇ ਦਰਦ ਅੱਜ ਵੀ ਹੁੰਦੀ ਆ। ਉਸ ਵੇਲੇ ਦੇ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੂੰ ਆਪਰੇਸ਼ਨ ਵਾਸਤੇ ਲਿਆਂਦਾ ਗਿਆ ਸੀ, ਰਮੇਸ਼ ਚੰਦਰ ਸਿੰਘ, ਉਹਨਾਂ ਨੂੰ ਵੀ ਪਦਮ ਸ਼੍ਰੀ ਨਾਲ ਨਵਾਜਿਆ। ਸੋ ਇਸ ਕਰਕੇ ਇਹ ਵੀ ਇੱਕ ਮਸਲਾ ਵਾ ਕਿ ਆਪਣੇ ਲੋਕਾਂ ਦੇ ਕਾਰਵਾਈ ਵਾਸਤੇ ਕਿਸੇ ਨੂੰ ਇਨਾਮ ਦੇਣਾ, ਉਹਨਾਂ ਨੂੰ ਬਹਾਦਰੀ ਦਾ ਇਨਾਮ ਦੇਣਾ, ਉਹਨਾਂ ਨੂੰ ਤਕਮੇ ਦੇਣੇ, ਇਹ ਵੀ ਇੱਕ ਪੀੜਾ ਦਾ ਕਾਰਨ ਹੈ। ਹੋਰ ਵੀ ਕਈ ਕਾਰਨ ਹੈ, ਮੈਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੇ ਕਰੂੰਗਾ। ਹੁਣ ਮੈਂ ਅਗਲੀ ਕਾਲ ਲੈ ਰਿਹਾ। ਹੈਲੋ 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 ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਜੀ। ਪਹਿਲਾਂ ਤੇ ਸੰਧੂ ਸਾਹਿਬ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਇੰਨੀ ਖੇਚਲ ਨਾਲ ਡਾਕੂਮੈਂਟਰੀਆਂ ਬਣਾਈਆਂ ਹੋਈਆਂ ਜੀ, ਮਿਹਰਬਾਨੀ। ਦੂਜੀ ਗੱਲ, ਤੁਸੀਂ ਪ੍ਰਗਟ ਜੀ ਹੁਣ ਗੱਲ ਹੀ ਕੀਤੀ ਹੈ, ਮੈਨੂੰ ਦੱਸ ਦਿੰਦੇ ਹੋ ਵੀ ਆਲਮੋਸਟ 150 ਤੋਂ ਵੱਧ ਲੋਕਾਂ ਦੇ ਨਾਲ ਇੰਟਰਵਿਊਜ਼ ਆ ਉਹਦੇ 'ਚ, ਔਰ ਕਰੀਬ ਇਹ ਕਈ ਸਾਲਾਂ ਦੀ ਰਿਸਰਚ ਆ। ਕੋਈ ਜਿਹੜੇ ਦਸਤਾਵੇਜ਼ ਆ, ਕਾਗਜ਼ ਆ, ਫੌਜ ਦੇ ਕਾਗਜ਼ ਆ ਕਈ, ਉਹ ਵੀ ਮੈਂ ਲੋਕਾਂ ਨੂੰ ਮਿਲ ਕੇ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝੇ ਕਰ ਸਕਿਆ। ਹਾਂਜੀ, ਮੈਂ ਨਾ ਧਰਮ ਸਿੰਘ ਮਾਰਕੀਟ ਰਿਹਾ ਜੀ 2-3 ਸਾਲ। ਹਾਂ, ਜਿੱਥੇ ਸਾਡਾ ਇੰਡੀਅਨ ਐਕਸਪ੍ਰੈਸ ਦਾ ਦਫ਼ਤਰ ਹੁੰਦਾ ਸੀ ਉਹਨਾਂ ਦਿਨਾਂ 'ਚ। ਸਰਦਾਰ ਮਹਿੰਦਰ ਸਿੰਘ ਦਾ ਵੀ ਹੁੰਦਾ ਹੈਗਾ, ਅਕਾਲੀ ਪੱਤਰਕਾਰ ਦਾ ਵੀ ਉਸੇ ਬਿਲਡਿੰਗ ਦਫ਼ਤਰ ਸੀ। ਹਾਂਜੀ, ਮਤਲਬ ਸਮਝ ਲਓ ਵੀ ਉੱਥੇ ਜਿਹੜੇ ਪੱਤਰਕਾਰਾਂ ਦੀ ਨਾ ਹੈੱਡਕੁਆਟਰ ਸੀਗਾ ਜੀ ਜੀ। ਜਦੋਂ ਕਰਫਿਊ ਲੱਗ ਜਾਂਦੇ ਜਾਂ ਹੋਰ ਕੋਈ ਮੀਟਿੰਗ ਇਕੱਠੇ ਹੋ ਕੇ ਜਾਣਾ ਹੁੰਦਾ ਤੇ ਉੱਥੋਂ ਹੀ ਜਾਂਦੇ, ਉੱਥੇ ਹੀ ਵਾਪਸ ਆਉਂਦੇ ਜੀ। ਤੇ ਉਹ ਸਰਦਾਰ ਮਹਿੰਦਰ ਸਿੰਘ ਹੋਣੀ, ਹੋਰ ਕਾਫੀ ਨਿਰੰਗ ਹੋਣੀ, ਹੋਰ ਮੋਤਾ ਸਿੰਘ ਹੋਣੀ, ਕਾਫੀ ਜਿਹੜੇ ਪੱਤਰਕਾਰ ਮੇਰੇ ਖਿਲਾਫ ਫੈਲੋ, ਕੋਈ ਮੇਰੇ ਦੋਸਤ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਨੇੜਿਓਂ ਜਾਣਕਾਰੀ ਮਿਲ ਜਾਂਦੀ ਸੀ ਜੀ। ਅਸੀਂ ਵੀ ਗਏ ਆ ਧਰਮ ਯੁੱਧ ਮੋਰਚੇ 'ਚ ਵੀ ਗ੍ਰਿਫਤਾਰੀ ਦਿੱਤੀ, ਮੁੜ ਕੇ ਵੀ ਨੇੜਿਓਂ ਆਵਾਜ਼ ਤੇ ਕਰਦੇ ਰਹੇ ਆ ਜੀ। ਜਿਹਦਾ ਮੂੰਹ ਤੇਰੀ ਕੋਈ ਨਾ ਹੋਵੇ ਜੀ, ਉਹਦਾ ਐਂਡ ਵੀ ਉਦਾਂ ਹੀ ਹੁੰਦਾ। ਵੈਸੇ ਪ੍ਰਗਟ ਜੀ ਵੇਖੋ, ਮੈਂ ਤਾਂ ਮੇਰੀ ਗੱਲ ਪੂਰੀ ਸੁਣ ਲਿਓ। ਜਦੋਂ ਪਿੰਡਰਾਂ ਵਾਲੇ ਸੰਤਾਂ ਦੇ ਉੱਥੋਂ ਚੰਦੂਗਰਾਂ ਕਿੱਥੋਂ ਆ ਗਏ ਮਹਿਤੇ, ਉੱਥੇ 7 ਦਿਨ ਬਾਅਦ ਗ੍ਰਿਫਤਾਰੀ ਦੇਣੀ ਆ, ਫਿਰ ਉੱਥੇ ਏਡਾ ਵੱਡਾ ਇਕੱਠ ਕਰਾਉਣਾ, ਫਿਰ ਉੱਥੇ ਬੰਦੇ ਮਰ ਜਾਣੇ, ਫਿਰ 78 'ਚ ਪਹਿਲਾਂ ਬੰਦੇ ਮਰ ਜਾਣੇ, ਮੁੱਢ ਤੇ ਉਦੋਂ ਹੀ ਬਚ ਗਿਆ 2 ਧੜਿਆਂ ਦਾ ਜੀ। ਜੀ, ਤੁਸੀਂ ਵੇਖੋ ਜਦੋਂ ਇਹਨਾਂ ਭਾਈ ਅਮਰੀਕ ਸਿੰਘ ਉਹਨਾਂ ਨੂੰ ਫੜਿਆ ਵਾ ਤੇ ਕਿੰਨੀ ਕੁ ਵੱਡੀ ਗੱਲ ਸੀ। ਉਹ ਧੜਾ ਜਿਹੜਾ ਹੈਗਾ ਗਿਆਨੀ ਭਜਨ ਸਿੰਘ, DSP ਐਰਾ ਵਗੈਰਾ, ਉਹ ਸਰਕਾਰ ਦੀ ਮੌਜੂਦਾ ਦਰਬਾਰਾ ਸਿੰਘ ਦੀ ਗੱਲ ਸੁਣਦੇ ਸੀ। ਉਹ ਕਰਦਿਆਂ ਇਹ ਮੁੱਢ ਫਸਿਆ ਜਿਨ੍ਹਾਂ ਨੂੰ ਕੋਈ ਅੱਜ ਤੱਕ ਹੱਲ ਤੇ ਉਹਦਾ ਹੋਵੇ, ਸੁਣਵਾਈ ਉਹਦੀ ਹੋਵੇ, ਜਿਹਦੀ ਕੋਈ ਗਵਾਹੀ, ਕੋਈ ਬਿਲਕੁਲ ਠੀਕ ਦਾਦ ਫਰਿਆਦ ਕਰਨ ਵਾਲਾ ਹੋਵੇ ਜੀ। ਜਿੰਨਾ ਕਰਨੀ ਆ, ਜਿਨ੍ਹਾਂ ਨੂੰ ਗਾੜੀ ਲਾਇਆ, ਪਤਾ ਨਹੀਂ ਜਦੋਂ ਬਿਆਸ ਦਰਿਆ ਲੰਘ ਜਾਂਦੇ ਉਹ ਡੁੱਬ ਜਾਂਦੇ ਆ, ਉਹਨਾਂ ਦੇ ਵਿਚਾਰ ਹੀ ਮੁੱਕ ਜਾਂਦੇ। ਅੰਮ੍ਰਿਤਸਰ ਦੀ ਤੇ ਗੱਲ ਹੀ ਮੁੱਕ ਜਾਂਦੀ ਹੈ ਜੀ। ਮਿਹਰਬਾਨੀ, ਥੈਂਕ ਯੂ ਪ੍ਰਗਟ ਜੀ, ਮਿਹਰਬਾਨੀ। ਵਾਕਿਆ ਹੀ ਇਹ ਮਸਲਾ ਜਿਹੜਾ ਵਾ ਇਹ ਸੁਲਝਾਇਆ ਜਾ ਸਕਦਾ ਸੀਗਾ। ਕਈ ਸਟੇਜਸ ਆਈਆਂ ਜਦੋਂ ਇਹ ਮਸਲਾ ਸੁਲਝਾਇਆ ਜਾ ਸਕਦਾ ਸੀ, ਪਰ ਉਸ ਸਮੇਂ ਦੀ ਸਰਕਾਰ ਨੇ ਮਸਲਾ ਸੁਲਝਾਉਣਾ ਨਹੀਂ ਠੀਕ ਸਮਝਿਆ। ਉਸ ਵੇਲੇ ਦੀ ਲੀਡਰਸ਼ਿਪ, ਰਾਣਾ ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਕੇਂਦਰ ਨੇ ਜਿਹੜਾ ਵਾਈਟ ਪੇਪਰ ਕੱਢਿਆ ਸੀ 1984 ਦੀ ਘਟਨਾ ਤੋਂ ਬਾਅਦ, ਉਹ ਬਿਲਕੁਲ ਝੂਠ ਦਾ ਪਲੰਦਾ ਸੀ। ਉਹ ਵਨ ਸਾਈਡਡ ਸੀ। ਝੂਠ ਦਾ ਪਲੰਦਾ ਸੀ ਕਿ ਨਹੀਂ ਇਹ ਨਹੀਂ ਮੈਂ ਕਹਿ ਸਕਦਾ, ਲੇਕਿਨ ਵਨ ਸਾਈਡਡ ਸੀ। ਸਿਰਫ ਆਪਣੀ ਕਹਾਣੀ ਦੱਸੀ ਸਰਕਾਰ ਨੇ, ਦੂਜੇ ਪਾਸੇ ਦੀ, ਔਰ ਆਪਣੀਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਜਿਹੜੇ ਗੁਨਾਹਾਂ ਸੀ ਉਹਨਾਂ 'ਤੇ ਪਰਦਾ ਪਾਇਆ, ਔਰ ਦੂਜੇ ਨੂੰ ਅਕਾਲੀ ਦਲ ਨੂੰ ਸਿਰਫ ਬਲੇਮ ਕਰਨ ਦੀ ਕੋਸ਼ਿਸ਼ ਸੀ। ਲੇਕਿਨ ਨਾਲ ਨਾਲ ਜਿਵੇਂ ਰਾਣਾ ਪਰਮਜੋਤ ਨੇ ਕਿਹਾ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ, ਉਸ ਵੇਲੇ ਦੀ ਅਕਾਲੀ ਦਲ ਪਾਰਟੀ, ਇਹਨਾਂ ਦਾ ਕੀ ਰੋਲ ਆ, ਇਹ ਵੀ ਇਹਦੇ 'ਤੇ ਵੀ ਵਿਚਾਰ ਕਰਨ ਦੀ, ਡਿਟੇਲ ਦੇ ਵਿੱਚ ਵਿਚਾਰ ਕਰਨ ਦੀ ਲੋੜ ਹੈ। ਸੁਰਿੰਦਰ ਕੱਕੜ, ਹਰਭਜਨ ਸਿੰਘ, ਇਹ ਵੀ ਸਾਡੇ ਨਾਲ ਫੇਸਬੁੱਕ 'ਤੇ ਜੁੜੇ ਨੇ। ਹਰਭਜਨ ਸਿੰਘ ਨੇ ਕਿਹਾ ਕਿ ਜਨਰਲ ਸੁਬੇਗ ਸਿੰਘ ਉਸ ਵੇਲੇ ਦੇ ਹੀਰੋ ਸਨ। ਹੀਰੋ ਸਨ ਨਹੀਂ ਸਨ ਜੀ, ਇਹ ਵੇਖ ਲਓ ਨੁਕਸਾਨ ਜੋ ਹੋਇਆ ਵਾ ਉਹਦਾ ਤੁਸੀਂ ਅੰਦਾਜ਼ਾ ਲਾ ਲਓ। ਵਾਕਈ ਜਨਰਲ ਸੁਬੇਗ ਸਿੰਘ ਦੀ ਅੱਜ ਵੀ ਉਹਨਾਂ ਨੂੰ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਦੇ ਨਾਲ ਯਾਦ ਕਰਦੇ ਆ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਤੁਹਾਡੀ ਡਾਕੂਮੈਂਟਰੀ 'ਚ ਅੰਗਰੇਜ਼ੀ ਬੋਲਦੇ ਅਧਿਕਾਰੀਆਂ ਦਾ ਪੰਜਾਬੀ ਅਨੁਵਾਦ ਨਹੀਂ ਹੈ। ਮਿਸਕੀ ਗੁਪਤਾ ਜੀ, ਕਮੀਆਂ ਪੇਸ਼ੀਆਂ ਹੋ ਸਕਦੀਆਂ ਵਾ, ਇਹ ਉਸ ਵੇਲੇ ਅਸੀਂ ਬਣਾਈ ਸੀ, ਲੇਕਿਨ ਅਸੀਂ ਕਾਫੀ ਕੋਸ਼ਿਸ਼ ਵੀ ਕੀਤੀ ਆ ਕਿ ਨਾਲ ਪੰਜਾਬੀ ਅਨੁਵਾਦ ਵੀ ਉਹਦੇ ਵਿੱਚ ਹੋਵੇ। ਮੈਂ ਦੇਖਦਾ ਵਾਂ ਵੀ ਕਿਹੜੇ ਪਾਰਟ ਦੀ ਤੁਸੀਂ ਕਿਹਨੂੰ ਰੈਫਰ ਕਰ ਰਹੇ ਜੇ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਇਨਾਮ ਦੇਣ ਦਾ ਕਾਰਨ ਇੱਕੋ ਹੀ ਸੀ ਕਿ ਇੰਦਰਾ ਤੋਂ ਬਾਅਦ ਰਾਜੀਵ PM ਬਣ ਜਾਣ। ਉਸ ਦੇ ਸਲਾਹਕਾਰ ਇੰਦਰਾ ਵਾਲੇ ਹੀ ਸਨ, ਇਸ ਲਈ ਸਰਕਾਰ ਦੀ ਪਾਲਿਸੀ ਪੁਰਾਣੀ ਹੀ ਰਹੀ, ਇਨਾਮ ਤਾਂ ਦੇਣੇ ਹੀ ਸਨ।
ਫੌਜੀਆਂ ਨੂੰ ਔਰ ਬਾਕੀਆਂ ਨੂੰ ਜਿਹੜੇ ਇਨਾਮ ਦਿੱਤੇ ਉਹਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਆ। ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਸੰਧੂ ਸਾਹਿਬ, ਗੱਲ ਇਹ ਆ ਵੀ ਇਹ ਬੜੀ ਦੁਖਦਾਈ ਤੇ ਬੜੀ ਇੱਕ ਮਤਲਬ ਨਿੰਦਣਯੋਗ ਇਹ ਘਟਨਾ ਸੀਗੀ, ਜਿਹਨੂੰ ਮਤਲਬ ਆਪਾਂ ਇਹ ਸਰਕਾਰ ਵਾਲੇ ਨੀਲਾ ਤਾਰਾ ਕਹਿੰਦੇ ਆ ਤੇ ਆਪਾਂ ਇਹਨੂੰ ਘੱਲੂਘਾਰਾ ਕਹਿੰਦੇ ਆ ਜੀ। ਬਹੁਤ ਮਤਲਬ ਦੁਖਦਾਈ ਸੀ। ਇਹਦੇ ਵਿੱਚ ਕੋਈ ਮਤਲਬ ਦੂਜੀ ਰਾਏ ਨਹੀਂ ਹੈਗੀ ਵੀ ਜੋ ਤਸ਼ੱਦਦ ਤੇ ਜੋ ਹੋਇਆ ਜੀ। ਤੁਸੀਂ ਇਹਦੇ 'ਚ ਗੱਲ ਕੀਤੀ ਆ ਬਈ ਸਰਕਾਰਾਂ ਨੇ ਫੌਜ ਤੇ ਤੋਪਾਂ ਆਪਣੇ ਬੰਦਿਆਂ ਤੇ ਹੀ ਵਰਤੀਆਂ ਜੀ। ਮੈਂ ਤੇ ਇੱਥੋਂ ਤੱਕ ਕਹਿਣਾ ਵੀ ਅਜੇ ਤੁਸੀਂ ਇਹ ਵੇਖੋ ਵੀ ਕੰਮ ਤੋਪਾਂ ਨਾਲ ਜਾਂ ਟੈਂਕਾਂ ਨਾਲ ਕੰਮ ਚੱਲ ਗਿਆ। ਜੇ ਕਿਤੇ ਲੜਾਈ 2 ਦਿਨ ਹੋਰ ਚੱਲ ਜਾਂਦੀ, ਫੌਜ ਦਾ 150 ਬੰਦਾ ਮਰ ਜਾਂਦਾ, ਤੇ ਦੈਨ ਇਹਨਾਂ ਨੇ ਹਵਾਈ ਜਹਾਜ਼ ਨਾਲ ਬੰਬ ਸਿੱਟਣੇ ਸੀ ਉੱਥੇ ਜੀ। ਇਹ ਫੌਜ ਮੁੜ ਕੇ ਥੋੜ੍ਹਾ ਆਉਣੀ ਸੀ ਉੱਥੋਂ। ਹੁਣ ਗੱਲ ਇਹ ਆ ਵੀ ਇਸ ਸਾਰੇ ਕੁਝ ਦਾ ਕੁਛ ਨਹੀਂ ਹੋ ਸਕਦਾ। ਨਾ ਉਹ ਸ਼ਹੀਦ ਮੁੜ ਕੇ ਆ ਸਕਦੇ, ਨਾ ਸੰਤ ਆ ਸਕਦੇ ਆ, ਨਾ ਕੁਛ ਨਹੀਂ ਹੋ ਸਕਦਾ। ਗੱਲ ਇਹ ਆ ਵੀ ਪਬਲਿਕ ਨੂੰ ਇੱਕ ਇਹਦਾ ਇਨਸਾਫ ਮਿਲ ਸਕਦਾ ਜੀ। ਪਰ ਇਨਸਾਫ ਮਿਲ ਤਾਂ ਸਕਦਾ ਜੇ ਇਨਸਾਫ ਮੰਗਿਆ ਜਾਏ ਤੇ ਜੀ। ਇਸ ਗੱਲ ਨਾਲ ਤੁਸੀਂ ਸਹਿਮਤ ਜੇ ਨਾ ਜੀ। ਹੁਣ ਜਿਹੜੀ ਇਹ ਮੁਲਤਾਨੀ ਵਾਲੀ, ਬਲਵੰਤ ਸਿੰਘ ਮੁਲਤਾਨੀ ਵਾਲੀ ਗੱਲ ਹੈ, ਭਾਵੇਂ ਉਹਦੇ ਚੋਂ ਇਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਸੈਣੀ ਉਹਨਾਂ ਨੂੰ, ਭਾਵੇਂ ਨਹੀਂ ਮਿਲ ਗਈਆਂ, ਜੋ ਕੁਝ ਵੀ ਹੋਇਆ, ਲੇਕਿਨ ਮੈਂ ਸਮਝਦਾ ਵੀ 29 ਸਾਲ ਤੋਂ ਉਹ ਬੰਦਾ ਜੀਂਦਾ ਵਾ ਜੇ ਉਹਦੇ ਵਾਰਸ ਜੀਂਦੇ ਆ ਤੇ ਅਸੀਂ ਸੰਤਾਂ ਦੇ ਅਸੀਂ ਤੇ ਕੀ ਕਰਨਾ, ਮਤਲਬ ਪਬਲਿਕ ਨੇ ਤੇ ਕੀ ਕਰਨਾ। ਜਿਹੜਾ ਬੰਦਾ ਉਸ ਤੋਂ ਬਾਅਦ 3 ਵਾਰ ਮੁੱਖ ਮੰਤਰੀ ਬਣ ਲਿਆ, ਅਸਲ ਵਾਰਸ ਉਹ ਸੀ ਜਿਹਨੇ ਸਾਰਾ ਸਿਆਪਾ ਪੁਆਇਆ ਸੀ। ਧਰਮੀ ਫੌਜੀ ਇਹਨੇ ਸੱਦ ਲਏ ਉੱਥੋਂ ਵੀ ਬਾਰਕਾਂ ਛੱਡ ਕੇ ਆ ਜਾਓ, ਕੀ ਇਹਨੇ ਉਹਨਾਂ ਨੂੰ ਦੇ ਦਿੱਤਾ ਜੀ। ਮਤਲਬ ਕਿ ਇਹਨੇ ਇਨਸਾਫ ਮੰਗਿਆ ਹੀ ਨਹੀਂ ਤੇ ਇਨਸਾਫ ਮਿਲਣਾ ਕਿੱਥੋਂ ਸੀ। ਤੁਸੀਂ ਗੁਰਦੁਆਰੇ ਦੇ ਬਾਹਰ ਖੜੇ ਹੋ ਜਾਓ, ਪੈਂਟ ਦੀਆਂ ਜੇਬਾਂ 'ਚ ਹੱਥ ਪਾ ਲਓ ਤੇ ਭਾਈ ਜੀ ਨੇ ਤੁਹਾਡੀ ਪੈਂਟ ਦੀ ਜੇਬ 'ਚੋਂ ਹੱਥ ਕੱਢ ਕੇ ਪ੍ਰਸ਼ਾਦ ਥੋੜ੍ਹਾ ਧਰਨਾ, ਤੁਹਾਨੂੰ ਅੱਗੇ ਬੁੱਕ ਕਰਨੀ ਪੈਣੀ ਆ। ਇੱਕ ਦਿਨ ਦੱਸੇ ਵੀ ਇੱਥੇ ਮੈਂ ਬੁੱਕ ਕੀਤੀ ਆ ਤੇ ਮੈਨੂੰ ਉਹ ਨਹੀਂ ਮਿਲਿਆ। ਜੇ ਹੋਰ ਕੱਖ ਵੀ ਨਹੀਂ ਸੀ ਲੈ ਸਕਦਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੈ ਲੈਂਦਾ ਜੀ, ਠੀਕ ਹੈ ਨਾ। ਉਹਦੇ ਵਿੱਚ ਫੌਜ ਨੇ ਕਿਹਾ ਵੀ ਲਾਇਬ੍ਰੇਰੀ ਸੜ ਗਈ ਆ, ਉਹਨਾਂ ਇਹ ਥੋੜਾ ਕਿਹਾ ਵੀ ਰਿਕਾਰਡ ਸੜ ਗਿਆ। ਰਿਕਾਰਡ ਉਹ ਕੱਢ ਕੇ ਲੈ ਗਏ ਤੇ ਖਾਲੀ ਜਿਹੜੀ ਅਲਮਾਰੀਆਂ ਦੇ ਬਕਸੇ ਜੋ ਵੀ ਪਏ ਸੀ ਉਹਨੂੰ ਉਹਨਾਂ ਨੇ ਅੱਗ ਲਾਤੀ। ਉਹ ਕਾਗਜ਼ ਵਾਪਸ ਆ ਜਾਂਦੇ ਤੇ ਸਿੱਖ ਕੌਮ ਮੈਂ ਸਮਝਦਾ ਵੀ ਕਾਫੀ ਸਾਰਾ 20-25-30% ਇਹਨਾਂ ਦੀ ਰਿਹੈਬਿਲਿਟੇਸ਼ਨ ਹੋ ਜਾਣੀ ਵੀ ਸਾਡਾ ਇਤਿਹਾਸ ਸਾਂਭਿਆ ਮਿਲ ਗਿਆ ਸਾਨੂੰ। ਹੁਣ ਉਹ ਇਤਿਹਾਸ ਤੇ ਅਜੇ ਵੀ ਹੈਗਾ, ਮੈਂ ਇਹ ਗਰੰਟੀ ਨਾਲ ਕਹਿੰਦਾ ਵੀ ਅਜੇ ਵੀ ਨਹੀਂ ਹੈਗਾ ਕੁਝ ਵੀ। ਉਹਦੇ ਨਾਲ ਦੇ ਗ੍ਰੰਥ ਤੇ ਹੁਣ ਵੀ ਇੰਗਲੈਂਡ ਤੋਂ ਕਿੱਥੋਂ ਵਿਕਦੇ ਪਏ ਆ, ਉਹ ਤਾਂ ਖਰੇ ਕਿੱਥੇ ਪਹੁੰਚਾਤੇ ਸਿਰਫ ਇੱਕ ਬੰਦੇ ਦੀ ਨਲਾਇਕੀ ਖਾਤਰ। ਤੇ ਇਹਨੂੰ ਮਤਲਬ ਸਵਾਏ ਕਾਂਗਰਸ ਨੂੰ ਭੰਡ ਕੇ ਤੇ ਜਿਹੜਾ ਅਡਵਾਨੀ ਆਪਣੀ ਬੁੱਕ 'ਚ ਲਿਖਦਾ ਵੀ ਉਹਨੂੰ ਤਾਂ ਕੋਈ ਇੰਦਰਾ ਦੀ ਜ਼ਰੂਰਤੀਆਂ ਨਹੀਂ ਜੇ ਅਸੀਂ ਨਾ ਉਹਨੂੰ ਹੱਲਾਸ਼ੇਰੀ ਦਿੰਦੇ ਤੇ ਉਹਨੂੰ ਇਹ ਜੱਫੀਆਂ ਪਾਉਂਦਾ। ਤੇ ਜਿਹੜਾ ਉਹ ਮਰ ਗਿਆ ਇੰਦਰਾ ਨੂੰ ਦੁਰਗਾ ਦਾ ਖਿਤਾਬ ਦਿੰਦਾ ਸੀ, ਉਹਨੂੰ ਇਹ ਬਾਪੂ ਕਹਿੰਦਾ ਸੀ। ਤੇ ਇਹ ਇਨਸਾਫ ਲੈ ਕੇ ਦੇਣ ਲੱਗਾ ਸਿੱਖਾਂ ਨੂੰ। ਮਿਹਰਬਾਨੀ ਸੋਢੀ ਸਾਹਿਬ, ਤੁਹਾਡੀ ਗੱਲ ਕਰੀਬ ਹੋ ਗਈ ਆ। ਮੈਂ ਮਾਫ ਕਰਨਾ, ਮੈਂ ਤੈਨੂੰ ਕੱਟ ਰਿਹਾ ਕਿਉਂਕਿ ਇਸ ਤੋਂ ਬਾਅਦ ਅਸੀਂ ਬ੍ਰੇਕ ਤੇ ਜਾਣਾ ਵਾ। ਵਾਕਈ ਇਨਸਾਫ ਦੀ ਸਹੀ ਤਰੀਕੇ ਨਾਲ ਮੰਗ ਨਹੀਂ ਹੋਈ। ਜਿਹੜੀਆਂ ਪੰਜਾਬ ਦੀਆਂ ਸਰਕਾਰਾਂ, ਜਿੰਨੀਆਂ ਸਰਕਾਰਾਂ ਬਣੀਆਂ, ਉਹਨਾਂ ਵੀ ਮੰਗ ਨਹੀਂ ਕੀਤੀ। ਉਹਨਾਂ ਨੇ ਜਿਹੜੇ ਆਪਣੇ ਲੈਵਲ ਤੇ ਇਨਕੁਆਇਰੀ ਕਰ ਸਕਦੇ ਉਹ ਵੀ ਇਨਕੁਆਇਰੀ ਨਹੀਂ ਕੀਤੀ। ਔਰ ਵਾਕਈ ਸੋਢੀ ਸਾਹਿਬ ਨੇ ਜਿਹੜੀ ਲਾਇਬ੍ਰੇਰੀ ਦੀ ਗੱਲ ਕੀਤੀ, ਲਾਇਬ੍ਰੇਰੀ ਜਿਹੜੀ ਆ ਇਹ ਜਦੋਂ ਇਹ ਸਾਰਾ ਵਾਕਿਆ ਹੋ ਗਿਆ ਸੀ 6 ਤਰੀਕ ਨੂੰ ਸਵੇਰੇ, ਉਸ ਤੋਂ ਬਾਅਦ ਸੜੀ ਆ। ਔਰ ਇਹ ਲਾਇਬ੍ਰੇਰੀ ਸੜਨ ਦੇ ਕੀ ਕਾਰਨ ਨੇ ਇਹਦੀ ਵੀ ਚੰਗੀ ਤਰ੍ਹਾਂ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ। ਉਸ ਤੋਂ ਬਾਅਦ ਬਹੁਤ ਸਾਰੇ ਉੱਥੇ ਦਸਤਾਵੇਜ਼ ਜਿਹੜੇ ਸੀ ਔਰ ਬਹੁਤ ਕੀਮਤੀ ਦਸਤਾਵੇਜ਼, ਹੱਥ ਲਿਖਤ ਬੀੜਾਂ ਸੀਗੀਆਂ, ਉਹ ਵੀ ਉੱਥੋਂ ਲਿਜਾਈਆਂ ਗਈਆਂ ਔਰ ਬਾਅਦ 'ਚ ਪਤਾ ਹੀ ਨਹੀਂ ਕਿੱਧਰ ਗਈਆਂ। ਬਹੁਤ ਸਾਰੀਆਂ ਉਹਦੇ 'ਚ ਸ਼ਾਇਦ ਵੇਚ ਵੀ ਦਿੱਤੀਆਂ ਗਈਆਂ ਔਰ ਬਾਹਰਲੇ ਮੁਲਕਾਂ ਦੇ ਵਿੱਚ ਕਰੋੜਾਂ ਦੀਆਂ ਉਹ ਵਿਕੀਆਂ ਵੀ ਆ। ਸੋ ਇਸ ਕਰਕੇ ਇਹ ਜਿਹੜਾ ਨੁਕਸਾਨ ਹੋਇਆ, ਇੱਕ ਵਿਰਾਸਤ ਜਿਹੜੀ ਆ ਉਹ ਗਾਇਬ ਹੋ ਗਈ, ਇੱਕ ਵਿਰਸਾ ਜਿਹੜਾ ਵਾ ਉਹ ਗਾਇਬ ਹੋ ਗਿਆ। ਉਹਦੀ ਵੀ ਅੱਜ ਤੱਕ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ। ਬਹੁਤ ਸਾਰੇ ਹੋਰ ਵੀ ਮਸਲੇ ਆ ਜਿਨ੍ਹਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ। ਇਹ ਅੱਜ ਵੀ ਇਹ ਮਸਲਾ ਕਿਉਂ ਇੰਨੀ ਦਰਦ, ਇੰਨੀ ਪੀੜ ਦਿੰਦਾ ਵਾ, ਇਹਦੇ ਤੇ ਆਪਾਂ ਵਿਚਾਰ ਚਰਚਾ ਜਾਰੀ ਰੱਖਾਂਗੇ, ਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ।
This program is sponsored by Prime Link Express, Gurmeet Mali, Union Truck Stop, Bakersfield, Sukhi Kuman, S&S Brokers Incorporation, New Jersey ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। हक अपना जालिमों से वडेरों से छीन लो, उठो हसीन सुबह अंधेरों से छीन लो। नाज़रीन, दुनिया की 8 अरब आबादी किसी न किसी मजहबी अकीदा, फिरका या ग्रुप से ताल्लुक रखती है, जो उसका बुनियादी हक है। दुनिया के पेशतर ममालिक में आज मजहबी इंतहा पसंदी, दहशत गर्दी, जनूनियत और फरूनियत की वजह से ऐसे वाक़यात पेश आ रहे हैं जिसमें मजहबी इबादत गाहों पर हमले, मजहबी किताबों की बेहुरमती और इंसानों का कत्ले आम किया जा रहा है। नाज़रीन, बैनुल-अक़वामी मुआहिदा इंटरनेशनल कवेनेंट फॉर सिविल एंड पॉलिटिकल राइट्स, जिसको 172 ममालिक ने रेक्टिफाई किया है कि आर्टिकल 18 के तहत कोई रियासत, कोई हुकूमत, कोई गिरोह मजहब की बुनियाद पे आपसे इम्तियाजी सलूक नहीं रख सकता। आपकी मजहबी आज़ादी के लिए, रवादारी और अमन के फ़रोग के लिए हम बनेंगे आपकी आवाज़, हम दिखाएंगे आपके हालात, हम सुनेंगे आपके ख्यालात, सराहेंगे आपके इक़दामात। जल्द लेकर आ रहे हैं आपके लिए अहम प्रोग्राम मजहबी आज़ादी सब के लिए, परवेज रफ़ीक के साथ, सिर्फ और सिर्फ बास टीवी पर। देखते रहिए। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਰਾਤ ਨੂੰ ਮਾਵਾਂ ਦੇ ਗੋਡੇ ਮੁੱਢ ਬੈਠ ਕੇ ਤਾਰਿਆਂ ਦੇ ਵਿੱਚੋਂ ਸੁਪਨੇ ਲੱਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਜ਼ਿੰਦਗੀ ਦੇ ਅਰਮਾਨਾਂ ਨੂੰ ਚੰਨ ਦੀ ਰੌਸ਼ਨੀ ਦੇ ਵਿੱਚੋਂ ਲੱਭਿਆ, ਜਿਹੜੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠਰੇ ਵੀ ਤੇ ਜੇਠ ਹਾੜ ਦੀਆਂ ਰਾਤਾਂ ਦੇ ਵਿੱਚ ਤਪੇ ਵੀ, ਪਰ ਜ਼ਿੰਦਗੀ ਦੀ ਜੱਦੋ-ਜਹਿਦ ਦੇ ਨਾਲ ਆਪਣੀਆਂ ਸੱਧਰਾਂ ਨੂੰ ਵਿਆਹਿਆ। ਉਹਨਾਂ ਦੀ ਕਹਾਣੀ ਲੈ ਕੇ ਹਾਜ਼ਰ ਹਾਂ। ਹਨੇਰੇ ਚੋਂ ਉੱਗੇ ਲੋਕ। ਵੇਖਣਾ ਨਾ ਭੁੱਲਣਾ ਮੇਰੇ ਨਾਲ ਹਰ ਸ਼ਨੀਵਾਰ ਅਤੇ ਐਤਵਾਰ ਪ੍ਰੋਗਰਾਮ ਹਨੇਰੇ ਚੋਂ ਉੱਗੇ ਲੋਕ। This program is sponsored by Prime Link Express, Gurmeet Mali, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੀ। ਇੰਨੇ ਸਾਲਾਂ ਬਾਅਦ, 36 ਸਾਲਾਂ ਬਾਅਦ ਅੱਜ ਵੀ
ਇਹ ਆਪਰੇਸ਼ਨ, ਇਹ ਫੌਜੀ ਕਾਰਵਾਈ ਇੰਨੀ ਦਰਦ ਕਿਉਂ ਦਿੰਦੀ ਹੈ? ਕੀ ਇਹਦੇ ਵਾਸਤੇ ਹੁਣ ਦੀ ਸਰਕਾਰ ਕੋਈ ਤਲਾਫੀ ਕਰ ਸਕਦੀ ਹੈ, ਪਛਤਾਤਾਪ ਕਰ ਸਕਦੀ ਹੈ? ਇਹਦੇ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਇੱਕ ਕਾਲਰ ਹੋਲਡ ਕਰ ਰਿਹਾ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਮਨਿੰਦਰ ਸਿੱਧੂ ਬੋਲਦਾ ਸਿਡਨੀ ਤੋਂ, ਆਸਟ੍ਰੇਲੀਆ ਤੋਂ। ਹਾਂਜੀ ਮਨਿੰਦਰ ਸਿੱਧੂ ਜੀ, ਜ਼ਰਾ ਹੋਲਡ ਕਰਿਓ, ਇੱਕ ਮਿੰਟ ਕਾਈਂਡਲੀ ਹੋਲਡ ਕਰਕੇ ਰੱਖਿਓ। ਹੈਲੋ ਹਾਂਜੀ ਮਨਿੰਦਰ ਜੀ, ਹੋਲਡ ਕਰਕੇ ਰੱਖਿਓ। ਮੈਂ ਕੁਝ ਨਾ ਜਿਹੜੇ ਫੇਸਬੁੱਕ ਤੇ ਕਮੈਂਟ ਆਏ ਸਾਂਝੇ ਕਰਨਾ ਚਾਹੁੰਦਾ, ਫਿਰ ਜ਼ਿਆਦਾ ਕਮੈਂਟ ਇਕੱਠੇ ਹੋ ਜਾਂਦੇ ਆ। ਜੱਸੀ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ ਸੋਢੀ, ਰਾਣਾ ਪਰਮਜੋਤ, ਰਾਣਾ ਪਰਮਜੋਤ ਔਰ ਸੁਰਿੰਦਰ ਕੱਕੜ ਹੋਣਾ ਦੇ ਵੀ ਕਮੈਂਟ ਆਏ ਆ। ਔਰ ਇਹਦੇ ਚ ਰਾਣਾ ਪਰਮਜੋਤ ਨੇ ਕਿਹਾ ਵਾ ਕਿ ਇਸ ਕਾਰਵਾਈ ਵਾਸਤੇ ਮੁੱਖ ਤੌਰ ਤੇ ਗਾਂਧੀ ਪਰਿਵਾਰ ਤੇ ਗਿਆਨੀ ਜ਼ੈਲ ਸਿੰਘ ਜ਼ਿੰਮੇਵਾਰ ਸੀ। ਔਰ ਸੁਰਿੰਦਰ ਕੱਕੜ ਨੇ ਫਿਰ ਉਹਨਾਂ ਨੇ ਜਵਾਬ 'ਚ ਕਿਹਾ ਵਾ ਕਿ ਗਿਆਨੀ ਜ਼ੈਲ ਸਿੰਘ ਤੇ ਸਿਰਫ ਰਬੜ ਸਟੈਂਪ ਨੇ। ਮੈਂ ਇੱਥੇ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਗਿਆਨੀ ਜ਼ੈਲ ਸਿੰਘ ਨੂੰ ਆਪਰੇਸ਼ਨ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਵਿੱਚ ਮਿਲਣ ਗਿਆ ਸੀ ਔਰ ਮੈਂ ਉਹਨਾਂ ਨੂੰ ਕੁਝ ਸਵਾਲ ਜਵਾਬ ਕੀਤੇ ਸੀ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਇਸ ਕਾਰਵਾਈ ਦਾ ਤੁਹਾਨੂੰ ਕਿੰਨਾ ਕੁ ਪਤਾ ਸੀ? ਉਹਨਾਂ ਕਿਹਾ ਮੈਨੂੰ ਕੋਈ ਪਤਾ ਨਹੀਂ, ਔਰ ਬਾਅਦ ਦੇ ਵਿੱਚ ਬੜੀ ਹੈਰਾਨੀ ਹੋਈ। ਤੇ ਮੈਂ ਕਿਹਾ ਜੇ ਤੁਹਾਨੂੰ ਦੱਸਿਆ ਹੀ ਨਹੀਂ ਬਤੌਰ ਰਾਸ਼ਟਰਪਤੀ ਤੇ ਤੁਸੀਂ ਰਿਜ਼ਾਈਨ ਕਿਉਂ ਨਹੀਂ ਕੀਤਾ? ਉਹਨਾਂ ਨੇ ਕਿਹਾ ਜੀ ਮੈਂ ਇਹਦੇ ਬਾਰੇ ਸੋਚਿਆ ਸੀ ਰਿਜ਼ਾਈਨ ਕਰਨ ਬਾਰੇ, ਲੇਕਿਨ ਜੇ ਮੈਂ ਰਿਜ਼ਾਈਨ ਕਰਦਾ ਤੇ ਉਸ ਵੇਲੇ ਹੋ ਸਕਦਾ ਵਾ ਸਿੱਖਾਂ ਦੇ ਖਿਲਾਫ ਸਾਰਾ ਮੁਲਕ ਨੇ ਹੋ ਜਾਣਾ ਸੀ ਔਰ ਹੋ ਸਕਦਾ ਕੋਈ ਥਾਵਾਂ ਤੇ ਸਿੱਖਾਂ ਦੇ ਖਿਲਾਫ ਉੱਤੇ ਹਮਲੇ ਵੀ ਹੁੰਦੇ। ਸੋ ਇਹ ਗੱਲ ਸੋਚ ਕੇ ਮੈਂ ਰਿਜ਼ਾਈਨ ਨਹੀਂ ਕੀਤਾ। ਔਰ ਉਸ ਤੋਂ ਬਾਅਦ ਮੈਨੂੰ ਤਰਲੋਚਨ ਸਿੰਘ ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕੀ ਸਨ, ਰਾਸ਼ਟਰਪਤੀ ਭਵਨ 'ਚ ਕੰਮ ਕਰਦੇ ਸੀ, ਉਹਨਾਂ ਨੇ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਕਾਫੀ ਦਿਨ ਇਸ ਕਾਰਵਾਈ ਤੋਂ ਬਾਅਦ ਆਲਮੋਸਟ ਮਹੀਨਾ ਉਹ ਪੁੰਜੇ ਸੌਂਦੇ ਰਹੇ ਔਰ ਉਹ ਗੱਲ ਤੇ ਨਾਰਾਜ਼ ਹੁੰਦੇ ਸੀ ਆਪਣੇ ਅਫਸਰਾਂ ਦੇ ਨਾਲ। ਆਪਣੇ ਜਿਹੜੇ ਨਜ਼ਦੀਕੀ ਬੰਦੇ ਉਹਨਾਂ ਨੂੰ ਮਿਲ ਜਾਂਦੇ ਸੀ, ਉਹ ਬਹੁਤ ਦੁਖੀ ਸਨ, ਲੇਕਿਨ ਉਹ ਕੁਝ ਕਰ ਨਹੀਂ ਸੀ ਸਕਦੇ। ਲੇਕਿਨ ਇਹ ਸਹੀ ਆ ਕਿ ਸ਼ਾਇਦ ਬਹੁਤ ਲੋਕੀ ਮੰਨਦੇ ਆ ਕਿ ਗਿਆਨੀ ਜ਼ੈਲ ਸਿੰਘ ਨੂੰ ਜਿਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਨੇ ਉਹ ਨਹੀਂ ਕੀਤੀ। ਹੋਰ ਵੀ ਬਹੁਤ ਸਾਰੇ ਕਮੈਂਟਸ ਆਏ ਆ, ਪਰ ਉਸ ਤੋਂ ਪਹਿਲਾਂ ਮੈਂ ਜਿਹੜੇ ਆਪਣੇ ਮਨਿੰਦਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਲ ਸਾਂਝੀ ਕਰਦੇ ਹਾਂ। ਹੈਲੋ ਹੈਲੋ, ਹਾਂਜੀ ਹਾਂਜੀ ਮਨਿੰਦਰ ਜੀ। ਹਾਂਜੀ ਸੰਧੂ ਸਾਹਿਬ, ਮੈਂ ਇਹ ਪਤਾ ਕਰਨਾ ਸੀ, ਕੱਲ ਰਾਤ ਮੈਂ ਇੰਟਰਵਿਊ ਸੁਣ ਰਿਹਾ ਸੀ ਆਪਣੇ ਰਮੇਸ਼ਿੰਦਰ ਸਿੰਘ ਦੀ। ਹਾਂਜੀ, ਜਿਹੜੇ ਡੀਸੀ ਸਨ ਉੱਥੇ। ਹਾਂਜੀ, ਉਹ ਕਹਿੰਦੇ ਵੀ ਨਾ ਹੀ ਤਾਂ ਮੈਨੂੰ ਕੁਝ ਪਤਾ ਸੀ ਵੀ ਆਪਰੇਸ਼ਨ ਬਲੂ ਸਟਾਰ ਹੋਣਾ ਜਾਂ ਫੌਜ ਨੇ ਕੀ ਕਰਨਾ, ਵੀ ਮੈਨੂੰ ਤਾਂ ਸਿਰਫ ਇਸ ਕਰਕੇ ਲਿਆਂਦਾ ਗਿਆ ਸੀ ਵੀ ਜਿਹੜਾ ਉਹ ਗੁਰਦੇਵ ਸਿੰਘ ਬਰਾੜ ਸੀ ਵੀ ਉਹ ਛੁੱਟੀ ਤੇ ਜਾਣਾ ਸੀ ਉਹਨੇ ਕਿਸੇ ਫੋਰਨ ਕੰਟਰੀ ਦੇ ਵਿੱਚ, ਤੇ ਮੈਨੂੰ 28 ਮਈ ਨੂੰ ਕਹਿ ਦਿੱਤਾ ਗਿਆ ਸੀ ਕਿ ਸਾਨੂੰ ਕੱਚੇ ਤੌਰ ਤੇ ਡੀਸੀ ਲਾਉਣਾ, ਵੀ ਮੈਂ ਪੰਚਾਇਤ ਵਿਭਾਗ ਸੀਗਾ ਜੀ। ਤੇ ਉਸ ਤੋਂ ਬਾਅਦ ਕਹਿੰਦੇ ਵੀ ਮੈਨੂੰ ਤਾਂ 3 ਜੂਨ ਨੂੰ ਮੈਂ ਚਾਰਜ ਲਿਆ ਤੇ ਫੌਜ ਉਦੋਂ ਆਲਰੇਡੀ ਪਹੁੰਚ ਚੁੱਕੀ ਸੀ ਪੰਜਾਬ ਦੇ ਵਿੱਚ, ਤੇ ਸਾਨੂੰ ਤਾਂ ਟੀਵੀ ਦੇ ਉੱਤੇ ਪਤਾ ਚੱਲਿਆ ਵੀ ਇਹ ਫੌਜ ਨੇ ਇਹ ਕੰਮ ਕੀਤਾ, ਵੀ ਮੇਰੇ ਕਿਤੇ ਵੀ ਸਾਈਨ ਨਹੀਂ ਹੋਏ। ਮਨਿੰਦਰ ਜੀ, ਜੋ ਤੁਸੀਂ ਕਹਿ ਰਹੇ ਜੇ ਇਹ ਮੈਂ ਰਮੇਸ਼ਿੰਦਰ ਸਿੰਘ ਨੂੰ ਕਿਉਂਕਿ ਬੜੀ ਚੰਗੀ ਤਰ੍ਹਾਂ ਜਾਣਦਾ, ਜਦੋਂ ਡੀਸੀ ਸਨ ਉੱਥੇ ਵੀ ਆਮ ਹੀ ਮੁਲਾਕਾਤ ਹੁੰਦੀ ਸੀ ਆਪਰੇਸ਼ਨ ਬਲੂ ਸਟਾਰ ਕਰਕੇ। ਉਸ ਤੋਂ ਬਾਅਦ ਆਲਮੋਸਟ ਮੈਂ ਉੱਥੇ ਕਈ ਹਫ਼ਤੇ ਰਿਹਾ ਵਾਂ। ਉਸ ਤੋਂ ਬਾਅਦ ਜਦੋਂ ਇੱਥੇ ਚੰਡੀਗੜ੍ਹ ਆ ਗਏ, ਜਦੋਂ ਉਹ ਚੀਫ ਸੈਕਟਰੀ ਸਨ ਉਦੋਂ ਵੀ, ਔਰ ਜਦੋਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਸਨ ਉਦੋਂ ਵੀ ਮੇਰੀ ਉਹਨਾਂ ਨਾਲ ਮੁਲਾਕਾਤ ਹੁੰਦੀ ਰਹੀ ਆ। ਦੇਖੋ, ਇਹ ਸਹੀ ਗੱਲ ਹੈ ਕਿ ਗੁਰਦੇਵ ਸਿੰਘ ਬਰਾੜ ਨੇ ਕਰੀਬ 25 ਮਈ ਦੇ ਕਰੀਬ ਛੁੱਟੀ ਵਾਸਤੇ ਅਪਲਾਈ ਕਰਤਾ ਸੀਗਾ ਔਰ ਉਹਨਾਂ ਨੂੰ 2 ਤਰੀਕ ਨੂੰ ਰਮੇਸ਼ਿੰਦਰ ਸਿੰਘ ਨੂੰ ਅੰਮ੍ਰਿਤਸਰ ਲੈਣ ਦਾ ਗਿਆ ਸੀ। ਇਹ ਵੈਸਟ ਬੰਗਾਲ ਕਾਡਰ ਸੀ ਇਹਨਾਂ ਦਾ। ਬਾਅਦ ਦੇ ਵਿੱਚ ਇਹਨਾਂ ਦੀ ਜੋ ਭੂਮਿਕਾ ਸੀ ਉਹਦੇ ਕਰਕੇ ਕਾਡਰ ਇਹਨਾਂ ਦਾ ਬਦਲ ਵੀ ਦਿੱਤਾ ਗਿਆ। ਖੈਰ ਕਈ ਅਫਸਰਾਂ ਦਾ ਬਦਲ ਦਿੰਦੇ ਆ, ਕੋਈ ਨਹੀਂ, ਸਿਰਫ ਇਕੱਲੇ ਨਹੀਂ ਸੀ ਜਿਨ੍ਹਾਂ ਦਾ ਬਦਲਿਆ ਗਿਆ। ਲੇਕਿਨ ਜਿਸ ਵੇਲੇ ਇਹ ਹੋ ਸਕਦਾ ਵਾ ਕਿ ਉਹਨਾਂ ਨੂੰ ਬਿਨਾਂ ਪੁੱਛ ਕੇ ਫੌਜ ਭੇਜੀ ਗਈ ਹੋਵੇ, ਤੇ ਫੈਸਲਾ ਇੰਦਰਾ ਗਾਂਧੀ ਨੇ ਆਪਣੇ ਲੈਵਲ ਤੇ ਕੇਂਦਰ ਦੇ ਲੈਵਲ ਤੇ ਕੀਤਾ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ। ਇਹ ਗੱਲ ਸਹੀ ਨਹੀਂ। ਮੇਰੀ ਬੜੀ ਡਿਟੇਲ ਦੇ ਵਿੱਚ ਇੱਕ ਇੰਟਰਵਿਊ ਮੈਂ ਲਿਆ ਵਾ ਔਰ ਮੇਰੇ ਕਾਫੀ ਨਜ਼ਦੀਕੀ ਦੋਸਤ ਵੀ ਮੈਂ ਕਹਿ ਸਕਦਾ ਵਾਂ, ਉਹ ਹਨ ਗੁਰਦਿਆਲ ਸਿੰਘ ਪੰਡੇਰ, ਜਿਹੜੇ BSF ਦੇ DIG ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਨ। ਗੁਰਦਿਆਲ ਸਿੰਘ ਪੰਡੇਰ ਬਤੌਰ DIG ਉਹਨਾਂ ਨੇ ਵੇਰਵਾ ਦਿੱਤਾ ਵੀ 2 ਤਰੀਕ ਨੂੰ ਕਿਹੜੀ ਮੀਟਿੰਗ ਹੋਈ ਆ, 3 ਤਰੀਕ ਨੂੰ ਕਿਹੜੀ ਮੀਟਿੰਗ ਹੋਈ ਆ। ਇੱਕ ਮੀਟਿੰਗ ਦੇ ਵਿੱਚ ਦੋਵੇਂ DC, ਜਾਣ ਵਾਲੇ DC ਗੁਰਦੇਵ ਸਿੰਘ ਬਰਾੜ ਔਰ ਆਉਣ ਵਾਲੇ DC ਰਮੇਸ਼ਿੰਦਰ ਸਿੰਘ ਵੀ ਹਾਜ਼ਰ ਸਨ, ਪੰਡੇਰ ਵੀ ਹਾਜ਼ਰ ਸਨ। ਔਰ ਜਦੋਂ ਜਨਰਲ ਬਰਾੜ ਨੇ ਆਪਣਾ ਪਲਾਨ ਦੱਸਿਆ ਤੁਸੀਂ ਆਹ ਕਰਨ ਵਾਲੇ ਆ, ਤੇ ਪੰਡੇਰ ਨੇ ਕਿਹਾ ਜੀ ਵੀ ਇਹ ਨਾ ਕਰੋ ਜੋ ਤੁਸੀਂ ਕਰਨ ਲੱਗੇ ਜੇ, ਇਹ ਕਾਮਯਾਬ ਨਹੀਂ, ਜੋ ਹੋਣਾ ਬੜਾ ਨੁਕਸਾਨ ਹੋਣਾ। ਲੇਕਿਨ ਹੋਰ ਕਿਸੇ ਨੇ ਕੋਈ ਇਹਦੀ ਅਪੋਜੀਸ਼ਨ ਨਹੀਂ ਕੀਤੀ
ਔਰ ਇਹ ਸਹੀ ਗੱਲ ਹੈ ਕਿ ਰਮੇਸ਼ਿੰਦਰ ਸਿੰਘ ਨੇ ਸਾਈਨ ਨਹੀਂ ਕੀਤੇ ਕਿ ਫੌਜ ਬੁਲਾਈ ਜਾਵੇ। ਇਹ ਸਾਈਨ ਜਿਹੜੇ ਆ ਉਸ ਵੇਲੇ ਦੇ ਜਿਹੜੇ ਹੋਮ ਸੈਕਟਰੀ ਸਨ ਅਮਰੀਕ ਸਿੰਘ ਪੂਨੀ ਨੇ ਕੀਤੇ ਆ, ਕਿਉਂਕਿ ਸਾਰੀ ਸਟੇਟ ਲੈਵਲ ਤੇ ਫੌਜ ਦੀ ਡਿਪਲੋਇਮੈਂਟ ਹੋਈ। ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ, ਰਮੇਸ਼ਿੰਦਰ ਸਿੰਘ ਜੋ ਭੂਮਿਕਾ ਨਿਭਾ ਸਕਦੇ ਸੀ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਨਹੀਂ ਨਿਭਾਈ। ਹੋ ਸਕਦਾ ਜੋ ਭੂਮਿਕਾ ਨਿਭਾਉਂਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਸੀ। ਗੁਰਦਿਆਲ ਸਿੰਘ ਪੰਦੇਰ ਨੇ ਦੇ ਖਿਲਾਫ ਕਾਰਵਾਈ ਹੋਈ। ਗੁਰਦਿਆਲ ਸਿੰਘ ਪੰਦੇਰ ਕਿਉਂਕਿ ਮੀਟਿੰਗਾਂ ਦੇ ਵਿੱਚ ਬੋਲਿਆ, KS ਬਰਾੜ ਦੇ ਨਾਲ ਬਹਿਸ ਹੋਈ ਉਹਨਾਂ ਦੀ, ਔਰ ਉਹਦੇ ਕਰਕੇ ਉਹਨਾਂ ਨੂੰ ਉੱਥੋਂ ਹਟਾਤਾ ਗਿਆ। ਉਹਨਾਂ ਦੇ ਥਾਂ ਤੇ ਨਵਾਂ DIG ਚਤੁਰਵੇਦੀ ਲਿਆਂਦਾ ਗਿਆ। ਪੰਦੇਰ ਨੇ ਗੋਲੀ ਚਲਾਉਣ ਤੋਂ ਵੀ ਨਾ ਕਰਤੀ ਸੀ, ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਵੀ ਤੁਸੀਂ ਗੋਲੀ ਚਲਾਓ, ਅਸੀਂ ਪਤਾ ਕਰਨਾ ਚਾਹੁੰਦੇ ਵੀ ਅੰਦਰ ਹਥਿਆਰ ਕਿਹੋ ਜਿਹੇ ਆ। ਉਹਨਾਂ ਕਿਹਾ ਜੀ ਅੰਦਰੋਂ ਫਾਇਰਿੰਗ ਹੋਊਗੀ ਤਾਂ ਮੈਂ ਗੋਲੀ ਚਲਾਊਂਗਾ, ਮੈਂ ਆਪੇ ਕਿਉਂ ਗੋਲੀ ਚਲਾਈ ਜਾਵਾਂ। ਇਹਦੇ ਤੇ ਸੋ ਪੰਦੇਰ ਵਰਗੇ ਇਨਸਾਨ ਵੀ ਸਨ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ। ਲੇਕਿਨ ਰਮੇਸ਼ਿੰਦਰ ਸਿੰਘ ਨੇ ਬਤੌਰ DC ਮੇਰੇ ਹਿਸਾਬ ਨਾਲ ਆਪਣੀ ਭੂਮਿਕਾ ਨਹੀਂ ਨਿਭਾਈ। ਹਾਲਾਂਕਿ ਫੌਜ ਜਿਹੜੀ ਆ ਇਟ ਵਾਜ਼ ਐਨ ਏਡ ਆਫ ਸਿਵਲ ਪਾਵਰ, ਸਿਵਲ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੀ ਮਦਦ ਵਾਸਤੇ ਸੀ ਫੌਜ। ਲੇਕਿਨ ਪ੍ਰਸ਼ਾਸਨ ਬੋਲੀ ਨਹੀਂ। ਜੇ ਉਹ ਬੋਲਦੇ ਤਾਂ ਹੋ ਸਕਦਾ ਉਹਨੂੰ ਹਟਾਤਾ ਜਾਂਦਾ, ਲੇਕਿਨ ਬੋਲਣਾ ਤਾਂ ਫਰਜ਼ ਬਣਦਾ ਸੀ। ਖੈਰ ਇਹ ਇੱਕ ਸਿਰਫ ਇੱਕ ਮੈਂ ਤੁਹਾਨੂੰ ਬੈਕਗਰਾਊਂਡ ਦੱਸਿਆ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਸ ਮਸਲੇ ਦੇ ਉੱਤੇ ਮੇਰੀ ਕਾਫੀ ਜਾਣਕਾਰੀ ਹੈ। ਔਰ ਬਾਅਦ ਦੇ ਵਿੱਚ ਉਹਨਾਂ ਨੂੰ ਰਮੇਸ਼ਿੰਦਰ ਸਿੰਘ ਨੂੰ ਪਦਮ ਸ਼੍ਰੀ ਨਾਲ ਵੀ ਨਵਾਜਿਆ। ਮਨਿੰਦਰ ਜੀ ਹੋਰ ਕੁਝ ਗੱਲ ਕਰਨੀ ਆ? ਇੱਕ ਗੱਲ ਹੋਰ ਕਰਨੀ ਹੈ ਕਿ ਗੁਰਚਰਨ ਸਿੰਘ ਟੌੜਾ ਨੂੰ ਵੀ ਆਪਾਂ ਇਸ ਗੱਲ ਤੋਂ ਪਾਸੇ ਨਹੀਂ ਕਰ ਸਕਦੇ ਕਿ ਉਹ ਨਹੀਂ ਜ਼ਿੰਮੇਵਾਰ, ਕਿਉਂਕਿ ਮੈਂ ਕਿਸੇ ਆਦਮੀ ਦੇ ਨਾਲ, ਜ਼ਿੰਮੇਵਾਰ ਆਦਮੀ ਦੇ ਨਾਲ, ਮੌਕੇ ਦੇ ਨਾਲ ਇੱਕ ਵਾਰ ਗੁਰਚਰਨ ਸਿੰਘ ਟੌੜਾ ਕੋਲੇ ਗਿਆ ਸੀ 1992 ਵਿੱਚ। ਉਹ ਕਿਸੇ ਮਸਲੇ ਤੇ ਉਹਨਾਂ ਦੀ ਬਹਿਸ ਹੋ ਗਈ ਉਸ ਬੰਦੇ ਨਾਲ, ਮੋਗੇ ਵਾਲੇ ਨਾਲ, ਤੇ ਉਹਨੇ ਕਿਹਾ ਕਿ ਟੌੜੇ ਨੂੰ ਕਹਿੰਦਾ ਕਿ ਸਾਰੇ ਦੁਨੀਆ ਕਹਿੰਦੀ ਆ ਵੀ ਆਪਰੇਸ਼ਨ ਬਲੂ ਸਟਾਰ ਤੁਸੀਂ ਕਰਾਇਆ। ਭਾਵੇਂ ਟੌੜੇ ਨੇ ਉਦੋਂ ਬਾਅਦ ਉਹਨੂੰ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਉਹਦੇ ਨਾਲ ਕਾਫੀ ਕੁਝ ਹੋਇਆ ਉਦੋਂ ਬਾਅਦ, ਪਰ ਟੌੜੇ ਨੇ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਕਿ ਮੇਰੀ ਕੋਈ ਭੂਮਿਕਾ ਨਹੀਂ ਹੋਈ। ਨਹੀਂ ਜੀ ਮਨਿੰਦਰ ਜੀ, ਇਸ ਤਰ੍ਹਾਂ ਵਾ ਭੂਮਿਕਾ ਸਾਰੀ ਅਕਾਲੀ ਲੀਡਰਸ਼ਿਪ ਦੀ ਹੈ। ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਉਸ ਵੇਲੇ ਉੱਥੋਂ ਇੱਕ ਮੋਰਚਾ ਚਲਾ ਰਹੀ ਸੀ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ। ਉਹ ਮੋਰਚਾ ਵਿਗੜਦਾ ਗਿਆ। ਮੋਰਚਾ ਜਿਹੜਾ ਵਾ ਉਹ ਧਰਮ ਯੁੱਧ ਦੀ ਸ਼ੇਪ ਲੈ ਗਿਆ। ਉਸ ਤੋਂ ਬਾਅਦ ਮਰਜੀਵੜੇ ਬਣਾਏ ਗਏ। ਇਹਦੇ ਵਿੱਚ ਸਾਰੇ ਇਹ ਅਕਾਲੀ ਲੀਡਰ ਜ਼ਿੰਮੇਵਾਰ ਨੇ ਔਰ ਇਹ ਇਸ ਗੱਲ ਤੋਂ ਭੱਜ ਨਹੀਂ ਸਕਦੇ। 3 ਤਰੀਕ ਤੱਕ ਵੀ ਜੱਥੇ ਜਿਹੜੇ ਆ ਉਹ ਕੋਰਟ ਰੈਸਟ ਹੁੰਦੇ ਰਹੇ, ਜੱਥੇ ਜਿਹੜੇ ਆ ਉਹ ਆਉਂਦੇ ਰਹੇ ਆ ਉੱਥੇ ਅਕਾਲੀ ਦਲ ਦੇ ਸੱਦੇ ਦੇ ਉੱਤੇ। ਇਸ ਕਰਕੇ ਇਹ ਕਹਿਣਾ ਕਿ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਪੂਰੀ ਬਣਦੀ ਆ ਔਰ ਮੇਰੇ ਹਿਸਾਬ ਦੇ ਨਾਲ ਇਹ ਸ਼ਾਇਦ ਇਹਨਾਂ ਨੇ ਰਿਅਲਾਈਜ਼ ਹੀ ਨਹੀਂ ਕੀਤਾ ਕਿ ਇੰਨੀ ਵੱਡੀ ਕਾਰਵਾਈ ਹੋਣ ਵਾਲੀ ਆ। ਜੇ ਰਿਅਲਾਈਜ਼ ਕੀਤਾ ਹੁੰਦਾ ਤੇ ਇਹਨਾਂ ਨੇ ਕੋਸ਼ਿਸ਼ ਕਰਨੀ ਚਾਹੀਦੀ ਸੀ ਵੀ ਐਟਲੀਸਟ ਜਿਹੜੇ ਸ਼ਰਧਾਲੂ ਉਹਨਾਂ ਨੂੰ ਬਾਹਰ ਕੱਢ ਦਈਏ ਔਰ ਕੋਸ਼ਿਸ਼ ਕਰਨੀ ਚਾਹੀਦੀ ਸੀਗੀ ਵੀ ਇਹ ਇੰਨਾ ਵੱਡਾ ਕਾਰਾ ਜਿਹੜਾ ਵਾ ਇਹ ਟਲ ਸਕੇ। ਬਹੁਤ ਬਹੁਤ ਮਨਿੰਦਰ ਸਿੱਧੂ ਜੀ ਤੇ ਧੰਨਵਾਦ। ਮੈਨੂੰ ਪਤਾ ਤੁਹਾਡੇ ਕੋਲ ਹੋਰ ਵੀ ਸਵਾਲ ਹੋਣਗੇ, ਪਰ ਕੁਝ ਹੋਰ ਸੱਜਣ ਜੁੜੇ ਹੋਏ ਨੇ, ਮੈਂ ਉਹਨਾਂ ਦੀ ਗੱਲ ਸਾਂਝੀ ਕਰਨੀ ਚਾਹੁੰਦਾ। ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੈਂ ਤਾਂ ਇਹ ਕਹੂੰਗਾ ਵੀ ਸਾਰਿਆਂ ਨੂੰ ਪਤਾ, ਤੁਸੀਂ ਵੀ ਦੇਖਿਆ ਇਸ ਨੂੰ ਵਾਚਿਆ 1984 ਤੋਂ ਲੈ ਕੇ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਸਾਰੀਆਂ ਸਿਆਸੀ ਜਥੇਬੰਦੀਆਂ ਦੀ ਖਿੱਚਾਧੂਈ ਨੇ ਤੇ ਸਿਆਸੀ ਜਿਹੜੀਆਂ ਪਾਰਟੀਆਂ ਆਈ ਮੀਨ ਉਹਨਾਂ ਦੀ ਖਿੱਚਾਧੂਈ ਨੇ। ਇਹ 78 ਤੋਂ ਲੈ ਕੇ ਕਪੂਰੀ ਤੋਂ ਲੈ ਕੇ ਮੋਰਚੇ ਤੋਂ ਲੈ ਕੇ ਕਿਵੇਂ 84 ਤੱਕ ਹਰਿਮੰਦਰ ਸਾਹਿਬ ਤੇ ਹਮਲਾ, 84 ਦੰਗੇ, ਇਹਨੂੰ ਡਰੈਗ ਕੀਤਾ ਹੈ ਇਹਨਾਂ ਦੀ ਖਿੱਚਾਧੂਈ ਨੇ। ਪਰ ਇਹਨਾਂ ਤੋਂ ਲੋਕ ਇਨਸਾਫ ਦੀ ਕੀ ਮੰਗ ਕਰਨ ਸੰਧੂ ਸਾਹਿਬ, ਜਦੋਂ ਕਿ ਇਹ ਆਪ ਹੀ ਉਹਨਾਂ ਦੀ ਜ਼ਿੰਮੇਵਾਰ ਹੈ। ਇਹਨਾਂ ਤੋਂ ਇਨਸਾਫ ਨਹੀਂ ਮਿਲਣਾ। ਇਹਨਾਂ ਦੇ ਸਗੋਂ 1984 ਦੇ ਜਿਹੜੇ ਵੀ ਹੋਇਆ ਦਿੱਲੀ 'ਚ ਜਾਂ ਕਤਲੇਆਮ ਹੋਇਆ ਜਾਂ ਤੇਰਾ ਆਪਣੇ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਦੂਜੀਆਂ ਪਾਰਟੀਆਂ ਨੇ ਕਾਂਗਰਸ ਨੂੰ ਜ਼ਿੰਮੇਵਾਰ ਸਮਝ ਕੇ ਵੋਟਾਂ ਬਟੋਰੀਆਂ ਹੁਣ ਤੱਕ। ਜੀ ਇਹ ਇਨਸਾਫ ਤੱਕ ਹੀ ਦੋਣਾ ਸੀ। ਹੁਣ ਬਰਗਾੜੀ ਵਾਲਾ ਮੋਰਚਾ ਆ ਗਿਆ ਤਾਂ ਕਾਂਗਰਸ ਨੂੰ ਮੌਕਾ ਮਿਲ ਗਿਆ। ਇਹ ਕਹਿੰਦੇ ਆ ਵੀ ਤੁਸੀਂ ਵੀ ਘੱਟ ਨਹੀਂ ਕੀਤਾ ਬਲੂ ਸਟਾਰ, ਜੇ ਸਾਡੀ ਜੋ ਉਹਦੀ ਸਰਕਾਰ ਮੁੱਕ ਹੋਇਆ ਤੋਂ ਇਹ ਹੋਇਆ, ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੈ। ਸੋ ਇਹਨਾਂ ਨੇ ਤਾਂ ਕੀ ਕਰਨਾ ਹੈ ਸੰਧੂ ਸਾਹਿਬ, ਤੁਸੀਂ ਵਿਚਾਰਿਓ। ਮੇਰਾ ਤੁਹਾਨੂੰ ਇੱਕ ਸਵਾਲ ਹੈ, ਪੁੱਛੂੰਗਾ ਵੀ ਕੀ ਕਾਰਨ ਹੈ ਵੀ ਇਹੀ ਪਾਰਟੀਆਂ ਉਦੋਂ ਬਾਅਦ 3-4 ਕੇਂਦਰ 'ਚ ਭਾਜਪਾ ਤੇ ਇਹ ਕਾਂਗਰਸ ਤੇ ਪੰਜਾਬ 'ਚ ਵੀ ਇਸ ਤਰ੍ਹਾਂ ਅਕਾਲੀ, ਭਾਜਪਾ ਤੇ ਦੂਜਾ ਕਾਂਗਰਸ ਹੀ ਆਉਂਦੀਆਂ ਨਹੀਂ, ਵੋਟ ਲੋਕ ਇਹਨਾਂ ਨੂੰ ਹੀ ਪਾਉਂਦੇ ਰਹੇ। ਕੀ ਕਾਰਨ ਹੈ? ਜਾਂ ਤਾਂ ਸਾਡੇ ਲੋਕ ਭੁਲੱਕੜ। ਬਹੁਤ ਅੱਛਾ ਸਵਾਲ ਹੈ ਸ਼ੇਰ ਸਿੰਘ ਜੀ। ਸ਼ੇਰ ਸਿੰਘ ਜੀ, ਬਹੁਤ ਅੱਛਾ ਸਵਾਲ ਆ ਕਿ ਕੀ ਕਾਰਨ ਆ ਵੀ ਇਹੋ ਹੀ ਪਾਰਟੀਆਂ ਦੁਬਾਰਾ ਸੱਤਾ 'ਚ ਆਉਂਦੇ ਰਹੇ ਆ। ਸ਼ੇਰ ਸਿੰਘ ਜੀ, ਮੇਰਾ ਆਪਣਾ ਫੀਲਿੰਗ ਆ ਕਿ ਜਿਸ ਤਰ੍ਹਾਂ ਇਸ ਆਪਰੇਸ਼ਨ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਸੀ, ਜਿੱਥੇ ਵੀ ਸਿੱਖ ਵਸਦੇ ਸੀ, ਉਹ ਸਾਰੇ ਇਕੱਠੇ ਹੋ ਗਏ। ਉਹਨਾਂ ਨੂੰ ਬਹੁਤ ਗੁੱਸਾ ਸੀ ਔਰ ਜਿਹੜਾ 1985 ਦੇ ਵਿੱਚ ਜਿਹੜਾ ਰਾਜੀਵ ਲੌਂਗੋਵਾਲ ਅਕਾਰਡ ਹੋਇਆ,
ਮੇਰੇ ਖਿਆਲ ਉਹ ਇੱਕ ਉਹਦੇ ਨਾਲ ਸਾਰੀ ਸਿਚੁਏਸ਼ਨ ਬਦਲ ਗਈ। ਮੇਰੇ ਹਿਸਾਬ ਦੇ ਨਾਲ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਸੀ ਉਹ ਇੱਕ ਸੈੱਲ ਆਊਟ ਸੀ। ਉਹਦੇ ਨਾਲ ਇਹ ਸਾਰੀ ਮੂਵਮੈਂਟ ਜਿਹੜੀ ਬਣੀ ਸੀ, ਜਿਹੜੇ ਲੋਕੀ ਇਕੱਠੇ ਹੋਏ ਸੀ, ਉਹ ਟੁੱਟਣੇ ਸ਼ੁਰੂ ਹੋ ਗਏ। ਸੋ ਉਸ ਤੋਂ ਬਾਅਦ ਜੇ ਇਹ ਨਾ ਹੁੰਦਾ, ਜੇ ਰਾਜੀਵ ਲੌਂਗੋਵਾਲ ਅਕੋਰਡ ਨਾ ਹੁੰਦਾ ਤੇ ਸ਼ਾਇਦ ਪੰਜਾਬ ਦੀ ਸਿਆਸਤ ਹਮੇਸ਼ਾ ਵਾਸਤੇ ਬਦਲ ਲੈਣੀ ਸੀ। ਜਿਹੜਾ ਆਪਾਂ ਤੀਜੇ ਬਦਲ ਦੀ ਅੱਜ ਗੱਲ ਕਰ ਰਹੇ ਹਾਂ, ਸ਼ਾਇਦ ਇਹ ਤੀਜਾ ਬਦਲ ਉਦੋਂ ਹੀ ਆ ਜਾਣਾ ਸੀ 1984, 85, 86, 87 ਦੇ ਵਿੱਚ। ਹੋ ਸਕਦਾ ਇਹ ਥੋੜੀ ਲੰਬੀ ਖਿੱਚ ਦੀ ਗੱਲ, ਲੇਕਿਨ ਉਦੋਂ ਹੀ ਤੀਜਾ ਬਦਲ ਆ ਜਾਣਾ ਸੀ। ਸ਼ਾਇਦ ਲੋਕੀ ਸਾਹਮਣੇ ਆਉਣੇ ਸੀ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕਰਨੀ ਸੀ। ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਅਕਾਲੀ ਦਲ ਵੰਡਿਆ ਗਿਆ, ਦੁਬਾਰਾ ਸਿਆਸਤ ਸ਼ੁਰੂ ਹੋ ਗਈ, ਦੁਬਾਰਾ ਵੋਟਾਂ ਮਿਲੀਆਂ, ਦੁਬਾਰਾ ਵੋਟਾਂ ਪਈਆਂ, ਔਰ ਉਹਦੇ ਨਾਲ ਉਹ ਦੁਬਾਰਾ ਉਹੀ ਪਾਰਟੀਆਂ ਜਿਹੜੀਆਂ ਵਾ ਸੱਤਾ 'ਚ ਆਉਣ ਲੱਗ ਪਈਆਂ। ਨਾ ਰਾਜੀਵ ਲੌਂਗੋਵਾਲ ਅਕੋਰਡ ਕਿਸੇ ਨੇ ਉਹਦੇ ਤੇ ਅਮਲ ਕੀਤਾ, ਉਹ ਲੌਂਗੋਵਾਲ ਅਕੋਰਡ ਉਸੇ ਤਰ੍ਹਾਂ ਹੀ ਰਹਿ ਗਿਆ। ਰਾਜੀਵ ਲੌਂਗੋਵਾਲ ਸਾਹਿਬ ਨੂੰ ਮਾਰ ਦਿੱਤਾ ਗਿਆ, ਰਾਜੀਵ ਗਾਂਧੀ ਨੂੰ ਹੋਰ ਪਾਸੇ ਹੋਰ ਲੋਕਾਂ ਨੇ ਮਾਰਤਾ। ਸੋ ਉਹਨਾਂ ਦੇ ਜਾਣ ਨਾਲ ਉਹ ਅਕੋਰਡ ਹੀ ਖਤਮ ਹੋ ਗਿਆ, ਔਰ ਉਹਦੇ ਨਾਲ ਪੰਜਾਬ ਦੇ ਮਸਲੇ ਜਿਹੜੇ ਆ ਉੱਥੋਂ ਦੇ ਉੱਥੇ ਰਹਿ ਗਏ, ਔਰ ਇਹ ਪੁਰਾਣੀਆਂ ਪਾਰਟੀਆਂ ਜਿਹੜੀਆਂ ਵਾ ਦੁਬਾਰਾ ਸੱਤਾ ਦੇ ਵਿੱਚ ਆ ਗਈਆਂ। ਮਿਹਰਬਾਨੀ ਸ਼ੇਰ ਸਿੰਘ ਜੀ। ਮੀਨਵਾਈਲ ਅਮਰਜੀਤ ਗਰੇਵਾਲ ਕਹਿ ਰਹੇ ਨੇ ਕਿ ਇਹਦਾ ਪਲਾਨ ਜਿਹੜਾ ਵਾ ਪਹਿਲਾਂ ਤੋਂ ਬਣਨਾ ਸ਼ੁਰੂ ਹੋ ਗਿਆ ਸੀ, ਇਸੇ ਕਰਕੇ 34+ ਗੁਰਦੁਆਰਿਆਂ ਦੇ ਉੱਤੇ ਜੋ ਹਮਲਾ ਹੋਇਆ। ਮੈਂ ਅਮਰਜੀਤ ਗਰੇਵਾਲ ਜੀ ਦੱਸਣਾ ਚਾਹੁੰਦਾ ਵਾਂ, ਕਰੀਬ 35 ਜਾਂ 36 ਗੁਰਦੁਆਰਿਆਂ ਨੂੰ ਸਰਚ ਜ਼ਰੂਰ ਕੀਤਾ ਗਿਆ। ਜਿਹੜਾ ਆਪ ਆਰਡਰ ਸੀ, ਆਪਰੇਸ਼ਨਲ ਆਰਡਰ ਸੀ, ਉਹ ਸਾਰਿਆਂ ਨੂੰ ਸਰਚ ਕਰਨ ਦਾ ਸੀ। ਹਮਲੇ ਸਾਰਿਆਂ ਤੇ ਨਹੀਂ ਹੋਏ, ਸਰਚ ਜ਼ਰੂਰ ਇਹਨੇ ਗੁਰਦੁਆਰੇ ਹੋਏ ਆ। ਹਿੰਸਾ ਦਰਬਾਰ ਸਾਹਿਬ ਤੋਂ ਇਲਾਵਾ 2-3 ਗੁਰਦੁਆਰਿਆਂ ਦੇ ਵਿੱਚ ਹੋਰ ਹੋਈ ਆ। ਉਹਨਾਂ 'ਚ ਇੱਕ ਗੁਰਦੁਆਰਾ ਜਿਹੜਾ ਵਾ ਉਹ ਦੁੱਖ ਨਿਵਾਰਨ ਸਾਹਿਬ ਆ ਪਟਿਆਲੇ ਦੇ ਵਿੱਚ, ਇੱਕ ਮੁਕਤਸਰ ਸਾਹਿਬ ਦਾ ਗੁਰਦੁਆਰਾ, 1-2 ਗੁਰਦੁਆਰੇ ਹੋ ਰਿਹਾ। ਮੈਂ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਸਾਰਿਆਂ ਥਾਵਾਂ ਤੇ ਗਿਆ। ਮੈਂ ਆਪਣੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟਸ ਵੀ ਕੀਤੀਆਂ ਵੀ ਕਿਹੜੇ ਗੁਰਦੁਆਰੇ 'ਚ ਕਿੰਨਾ ਨੁਕਸਾਨ ਹੋਇਆ, ਕਿਉਂ ਨੁਕਸਾਨ ਹੋਇਆ, ਕਿਉਂ ਉੱਥੇ ਗੋਲੀ ਚੱਲੀ, ਅੰਦਰ ਕੌਣ ਸੀ, ਅੰਦਰੋਂ ਗੋਲੀ ਕਿੰਨੀ ਕਾਈ, ਔਰ ਕਿੰਨੀਆਂ ਮੌਤਾਂ ਹਰ ਥਾਂ ਤੇ ਹੋਈਆਂ। ਮੈਂ ਕਿਸੇ ਦਿਨ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਰਾਣਾ ਪਰਮਜੋਤ ਜੀ ਕਹਿ ਰਹੇ ਨੇ ਇਸ ਮਸਲੇ ਤੇ ਕਿ ਇਹਦੀ ਕਿੰਨੀ ਭੂਮਿਕਾ ਖੁੱਲ੍ਹ ਕੇ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ। ਰਾਜਵਿੰਦਰ ਪੰਨੂ ਕਹਿ ਰਹੇ ਨੇ 35 ਸਾਲ ਬਾਅਦ ਇਹ ਦਰਦ ਹੁੰਦੀ ਆ, ਲੇਕਿਨ ਇਹ ਸ਼ਾਇਦ ਦਰਦ ਹਮੇਸ਼ਾ ਵਾਸਤੇ ਰਹਿਣੀ ਆ, ਕਿਉਂਕਿ ਇਹਦੀ ਕੋਈ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਸ਼ੇਰਗਿਲ ਜੀ ਕਹਿ ਰਹੇ ਨੇ ਬੜਾ ਇਨਫੋਰਮੇਟਿਵ ਹੈ। ਰਾਣਾ ਪਰਮਜੋਤ ਦਾ ਵੀ ਤਾਜ਼ਾ ਕਮੈਂਟ ਹੈ, ਪਰ ਮੈਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪਊਗੀ 2 ਮਿੰਟ ਦੀ, ਉਸ ਤੋਂ ਬਾਅਦ ਵਾਪਸ ਆ ਕੇ ਇਹ ਮਸਲਾ ਆਪਾਂ ਇਸੇ ਤਰ੍ਹਾਂ ਵਿਚਾਰਾਂਗੇ। ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ। This program is sponsored by Prime Link Express, Gurmeet Mali, Union Truck Stop, Bakersfield, Sukhi Kuman। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ,
ਲੂਜ਼ੀਆਨਾ ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ ਹੈਡ ਆਫਿਸ 825 ਨੇਵੀ ਡਰਾਈਵ ਸਟਾਕਟਨ ਕੈਲੀਫੋਰਨੀਆ 95206 For more information call Gurmeet Malli। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। Prime Link Express, Gurmeet Malli, Union Truck Stop, Bakersfield, Sukhi Kuman। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੀ। ਆਪਰੇਸ਼ਨ ਬਲੂ ਸਟਾਰ ਦੇ ਵੱਖ-ਵੱਖ ਪਹਿਲੂਆਂ ਦੀ। ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਦੇਖਦੇ ਹਾਂ ਕੀ ਕਹਿੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਰਾਜਕੁਮਾਰ ਹਾਂ ਜੀ। ਰਾਜਕੁਮਾਰ? ਹਾਂਜੀ ਰਾਜਕੁਮਾਰ ਜੀ ਹੋਲਡ ਕਰਿਓ ਇੱਕ ਮਿੰਟ, ਮੈਂ ਦੋ ਫੇਸਬੁੱਕ ਦੇ ਕਮੈਂਟ ਸਾਂਝੇ ਕਰਨੇ ਚਾਹੁੰਦਾ। ਹੋਲਡ ਕਰਿਓ ਰਾਜਕੁਮਾਰ ਜੀ। ਮੀਨਵਾਈਲ ਰਾਜਵਿੰਦਰ ਪੰਨੂ ਕਹਿ ਰਹੇ ਨੇ ਕਿ ਹਰ ਮਸਲੇ ਨੂੰ ਦੇ ਹੱਲ ਕਰਨ ਦੇ ਕਈ ਤੰਗ ਤਰੀਕੇ ਹੋ ਸਕਦੇ ਆ, ਲੇਕਿਨ ਜਿਸ ਤਰ੍ਹਾਂ ਫੌਜੀ ਹਮਲਾ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ। ਮੈਂ ਰਾਜਵਿੰਦਰ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਔਰ ਜੇ ਤੁਸੀਂ ਮੇਰਾ ਇੰਟਰਵਿਊ ਜਿਹੜਾ ਜਨਰਲ SK ਸਿਨਹਾ ਨਾਲ ਆ, ਜਿਨ੍ਹਾਂ ਨੇ 1981 ਦੇ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਵਿੱਚ ਫੌਜ ਭੇਜਣ ਤੋਂ ਨਾ ਕਰਤੀ ਸੀਗੀ, ਉਹਨਾਂ ਦਾ ਇੰਟਰਵਿਊ ਦੇ ਵਿੱਚ ਉਹਨਾਂ ਦੱਸਿਆ ਵੀ ਇਹਦਾ ਕੀ ਹੱਲ ਹੋ ਸਕਦਾ ਸੀ। ਬਹੁਤ ਵਧੀਆ ਉਹਨਾਂ ਨੇ ਹੱਲ ਦੱਸੇ ਸੀ। ਸੋ ਵਾਕਈ ਤੁਹਾਡੀ ਗੱਲ ਠੀਕ ਆ, ਕਈ ਤੰਗ ਤਰੀਕੇ ਹੋ ਸਕਦੇ ਸੀ, ਲੇਕਿਨ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਜਿਹੜੀ ਕਿਲਾਬੰਦੀ ਕੀਤੀ ਗਈ, ਹਥਿਆਰਬੰਦ ਖਾੜਕੂਆਂ ਵੱਲੋਂ ਕਿਲਾਬੰਦੀ ਕੀਤੀ ਗਈ, ਕੀ ਉਹ ਜਸਟੀਫਾਈਡ ਸੀ? ਬਿਲਕੁਲ ਜਸਟੀਫਾਈਡ ਨਹੀਂ ਸੀ ਰਾਣਾ ਪਰਮਜੋਤ ਜੀ, ਲੇਕਿਨ ਉਹ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਕਿਲਾਬੰਦੀ ਹੋਈ, ਅਕਾਲੀ ਦਲ ਦੀ ਕੀ ਭੂਮਿਕਾ ਸੀ, ਹੋਰ ਜਥੇਬੰਦੀਆਂ ਦੀ ਕੀ ਭੂਮਿਕਾ ਸੀ, ਮੇਰੇ ਖਿਆਲ ਉਹਦੇ ਬਾਰੇ ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ। ਔਰ ਇਹ ਕਿਲਾਬੰਦੀ ਦੇ ਵਿੱਚ ਸਰਕਾਰੀ ਏਜੰਸੀਆਂ ਦਾ ਕੀ ਰੋਲ ਸੀ, ਵਾਕਈ ਇਹਦੇ ਤੇ ਇੱਕ ਡਿਟੇਲ ਦੇ ਵਿੱਚ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਦਰਸ਼ਨ ਗਰੇਵਾਲ ਪੁੱਛ ਰਹੇ ਨੇ ਕਿ ਸੋਵੀਅਤ ਰੂਸ ਦਾ ਕੀ ਰੋਲ ਸੀ। ਸੋਵੀਅਤ ਰੂਸ ਦਾ ਰੋਲ ਐਗਜ਼ੈਕਟਲੀ ਤਾਂ ਨਹੀਂ ਪਤਾ ਜੀ, ਲੇਕਿਨ ਰਸ਼ੀਆ ਨੇ ਜ਼ਰੂਰ ਉਸ ਵੇਲੇ, ਸੋਵੀਅਤ ਯੂਨੀਅਨ ਨੇ ਜ਼ਰੂਰ ਉਸ ਵੇਲੇ, ਕਿਉਂਕਿ ਭਾਰਤ ਦੇ ਬਹੁਤ ਨੇੜੇ ਸੀ ਉਦੋਂ, ਦੋ ਬਲਾਕਸ ਦੇ ਵਿੱਚ ਦੁਨੀਆ ਮੰਡੀ ਹੋਈ ਸੀ, ਇੱਕ ਅਮਰੀਕਨ ਬਲਾਕ ਤੇ ਇੱਕ ਸੋਵੀਅਤ ਬਲਾਕ। ਇੰਡੀਆ ਸੋਵੀਅਤ ਬਲਾਕ ਦੇ ਵਿੱਚ ਸੀ ਔਰ ਰਸ਼ੀਆ ਨੇ, ਸੋਵੀਅਤ ਯੂਨੀਅਨ ਨੇ ਜ਼ਰੂਰ ਜ਼ੋਰ ਪਾਇਆ ਉਸ ਵੇਲੇ ਦੀ ਸਮੇਂ ਦੀ ਸਰਕਾਰ ਤੇ ਕਿ ਇਹ ਤੁਸੀਂ ਕਾਰਵਾਈ ਕਰਨੀ ਚਾਹੀਦੀ ਹੈ, ਜੋ ਦਸਤਾਵੇਜ਼ ਬਾਹਰ ਆਏ ਨੇ। ਮੀਨਵਾਈਲ ਸੁਖਜੀਤ ਸਿੰਘ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜੇ ਹੋਏ ਨੇ। ਹਾਂਜੀ ਰਾਜਕੁਮਾਰ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਕਹਿੰਦਾ ਕਿ ਬੜਾ ਦੁਖਦਾਈ ਸਮਾਂ ਸੀ ਉਹ ਜੀ। ਹਰ ਇੱਕ ਪੰਜਾਬੀ ਦੇ ਜਿਹੜਾ ਪੰਜਾਬ ਨਾਲ ਪਿਆਰ ਕਰਨ ਵਾਲਾ ਹੈ ਜੀ, ਇਹ ਬਹੁਤ ਹੀ ਦਿਲ ਨੂੰ ਦਰਦ ਦਿੰਦਾ ਹੈ। ਜਦੋਂ ਸਮਾਂ ਅਸੀਂ ਮਹਿਸੂਸ ਕਰਦੇ ਹਾਂ, ਜਦੋਂ ਅਸੀਂ ਉਸ ਸਮੇਂ ਵੱਲ ਜਾਂਦੇ ਹਾਂ ਜੀ, ਦਿੱਲੀ ਵਿੱਚ ਜੋ ਕੁਝ ਵੀ ਹੋਇਆ ਉਸ ਸਮੇਂ ਬਹੁਤ ਹੀ ਮਾੜਾ ਹੋਇਆ, ਬੜਾ ਦੁਖਦਾਈ ਹੋਇਆ ਜੀ। ਪਰ ਇਸ ਦਾ ਜਿਹੜਾ ਸਾਨੂੰ ਸਾਰਿਆਂ ਨੂੰ ਨਹੀਂ, ਸਰਕਾਰਾਂ ਜਿਹੜੀਆਂ ਨੇ ਅੱਜ ਕੱਲ੍ਹ ਜੋ ਵੀ ਹੈ, ਜੋ ਚੱਲ ਰਿਹਾ, ਮੋਦੀ ਸਰਕਾਰ ਜੋ ਕੁਝ ਕਰ ਰਹੀ ਹੈ, ਉਹਨਾਂ ਦਾ ਤੇ ਸਾਡੇ ਦਰਬਾਰ ਸਾਹਿਬ ਦੇ ਦਰਵਾਜ਼ੇ ਨਹੀਂ ਆਏ। ਉਹ ਸਾਡੇ ਡਸਟਿਨ ਜਿਹੜੀ ਦਰਵਾਜ਼ੇ ਦੇ ਘੱਟੋ ਘੱਟ ਆ ਜਾਣੀ ਚਾਹੀਦੀ। ਸਾਡਾ ਜ਼ੋਰ ਹੈ ਤੇ ਉਸ ਪਾਸੇ ਹੋਣਾ ਚਾਹੀਦਾ। ਚਲੋ ਉਹ ਵੀ ਜਿਹੜੀ ਅਸੀਂ ਜਿੱਦਾਂ ਭੁਲਾਉਣ ਦੀ ਗੱਲ ਨਹੀਂ ਹੁੰਦੀ, ਉਹ ਦਿਲ ਵਿੱਚ ਦਰਦ ਜਿਹੜਾ ਪੁੱਟਦਾ ਰਹਿੰਦਾ ਹਮੇਸ਼ਾ, ਇਹ ਨਹੀਂ ਹੋਣਾ ਚਾਹੀਦਾ। ਮਿਹਰਬਾਨੀ, ਥੈਂਕ ਯੂ ਰਾਜਕੁਮਾਰ ਜੀ। ਥੈਂਕ ਯੂ ਰਾਜਕੁਮਾਰ ਜੀ, ਥੈਂਕ ਯੂ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਰੇਸ਼ਮ ਸਿੰਘ ਬੋਲਦਾ ਰਾਸਮ ਸਾਹਿਬ। ਹਾਂਜੀ ਰੇਸ਼ਮ ਸਿੰਘ ਜੀ, ਕੀ ਵਿਚਾਰ ਹੈ ਤੁਹਾਡਾ? ਵਿਚਾਰ ਤਾਂ ਠੀਕ ਹੈ ਜੀ, ਹੁਣ ਤੱਕ ਵੀ ਉਸੇ ਮੁੱਦੇ ਨੂੰ ਉਠਾ ਕੇ ਜੀ, ਬੰਬ ਬਲਾਸਟ ਮੌੜ ਹੋ ਗਿਆ ਤੇ ਮੋਗਾ ਕਾਂਡ ਹੋਇਆ, ਉਦੋਂ ਇਹ ਅਜੇ ਵੀ ਉਹਦਾ ਫਾਇਦਾ ਲਈ ਜਾਂਦੇ ਜੀ, ਇਹਦਾ ਬਸ ਉਸ ਹਿਸਾਬ ਨਾਲ ਜੀ ਜੀ ਉਸ ਮੁੱਦੇ ਨੂੰ ਮੂਹਰੇ ਰੱਖ ਕੇ ਨਾ ਹੁਣ ਵੀ ਕੋਈ ਬੰਦਾ ਜਾਵੇ ਮਿਲੀਟੈਂਟ ਦੋਸ਼ ਇਹਨਾਂ ਦਿਓ, ਉਹਨੂੰ ਨਾ ਸ਼ਬਦ ਇਹਨਾਂ ਪੱਲੇ ਪੈ ਗਿਆ, ਹਰ ਇੱਕ ਨੂੰ ਮਿਲੀਟੈਂਟ ਬਣਾ ਕੇ ਤੇ ਉਹ ਵੋਟਾਂ ਲੈ ਜਾਂਦੇ ਜੀ। ਮੌਕੇ ਤੇ ਆ ਕੇ
ਦੂਜੀ ਕੌਮ ਨੂੰ ਗੁੰਮਰਾਹ ਕਰ ਦਿੰਦੇ। ਦੇਖੋ ਜੀ, ਇਹ ਮਿਲੀਟੈਂਟ ਹੈ ਬਸ, ਉਹਦਾ ਇਹਦਾ ਹੱਲ ਕਾਹਦਾ ਕਰਨਾ ਜੀ, ਇਹਨਾਂ ਨੇ ਕਾਹਦਾ ਕਰਨਾ ਹੱਲ। ਮਿਹਰਬਾਨੀ ਜੀ, ਮਿਹਰਬਾਨੀ। ਥੈਂਕ ਯੂ ਰੇਸ਼ਮ ਸਿੰਘ ਜੀ। ਅੱਜ ਵੀ ਸਿਆਸਤ ਹੋ ਰਹੀ ਹੈ ਇਸ ਮਸਲੇ ਨੂੰ ਲੈ ਕੇ, ਔਰ ਅਫਸੋਸ ਹੈ ਕਿ ਇਸ ਮਸਲੇ ਵੱਲ ਜਿਸ ਤਰ੍ਹਾਂ ਦਾ ਧਿਆਨ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ। ਅੱਜ ਆਪਾਂ ਗੱਲ ਕਰ ਰਹੇ ਸੀ ਵੀ ਇਹ ਮਸਲਾ ਅੱਜ ਵੀ ਇੰਨੇ ਸਾਲਾਂ ਬਾਅਦ, 36 ਸਾਲਾਂ ਬਾਅਦ ਕਿਉਂ ਦਰਦ ਦਿੰਦਾ ਵਾ, ਪੀੜਾ ਦਿੰਦਾ ਵਾ। ਮੈਂ ਦੱਸਿਆ ਸੀ ਵੀ ਇੱਕ ਤਾਂ ਇਹਦੀ ਕੋਈ ਇਨਕੁਆਇਰੀ, ਸਹੀ ਇਨਕੁਆਇਰੀ ਨਹੀਂ ਹੋਈ, ਹੋਰ ਤੇ ਹੋਰ ਜਲਿਆਂਵਾਲਾ ਬਾਗ ਦੀ ਵੀ ਇਨਕੁਆਇਰੀ ਹੋਈ ਸੀ, ਹੰਟਰ ਕਮਿਸ਼ਨ ਉਸ ਵੇਲੇ ਬੈਠਾ ਸੀ। ਦੂਜੇ ਜਿਹੜੇ ਇਹ 'ਚ ਇਨਵੋਲਵ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ, ਇਨਕੁਆਇਰੀ ਕਰਕੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਰਿਵਾਰਡ ਕੀਤਾ ਗਿਆ, ਆਨਰ ਕੀਤਾ ਗਿਆ, ਬਹਾਦਰੀ ਦੇ ਤਕਮੇ ਦਿੱਤੇ ਗਏ। ਉਸ ਤੋਂ ਇਲਾਵਾ ਲੋਕਾਂ ਨੂੰ ਪ੍ਰਮੋਸ਼ਨਸ ਮਿਲੀਆਂ। ਔਰ ਫਿਰ ਇੱਕ ਹੋਰ ਗੱਲ ਆ ਕਿ ਇਸ ਮਸਲੇ ਵਾਸਤੇ, ਇਸ ਘਟਨਾ ਵਾਸਤੇ, ਘਟਨਾਕ੍ਰਮ ਜੋ ਵਾਪਰਿਆ ਉਹਦੇ ਵਾਸਤੇ ਕੋਈ ਮਾਫੀ ਕਿਸੇ ਨੇ ਨਹੀਂ ਮੰਗੀ, ਅਪੋਲੋਜੀ ਨਹੀਂ ਹੋਈ। ਹਾਲਾਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜਲਿਆਂਵਾਲਾ ਬਾਗ ਜਿਹੜਾ ਵਾਕਿਆ ਸੀ ਉਹਦੇ ਲਈ ਅੰਗਰੇਜ਼ ਸਰਕਾਰ ਨੇ, ਬ੍ਰਿਟਿਸ਼ ਗਵਰਨਮੈਂਟ ਨੇ ਅਪੋਲੋਜੀ ਤਾਂ ਨਹੀਂ ਮੰਗੀ, ਲੇਕਿਨ ਉਹਨਾਂ ਨੇ ਡੀਪ ਰਿਗਰੈਟ ਜਿਹਨੂੰ ਕਹਿੰਦੇ ਆ, ਸਾਨੂੰ ਬਹੁਤ ਗਹਿਰਾ ਅਫਸੋਸ ਆ ਜੋ ਅਸੀਂ ਕੀਤਾ, ਉਹ ਜ਼ਰੂਰ ਉਹਨਾਂ ਨੇ ਉਦੋਂ ਹੁਣ ਦੀਆਂ ਸਰਕਾਰਾਂ ਨੇ ਵੀ ਇਹ ਕਿਹਾ ਵਾ, ਦੇ ਹੈਵ ਐਕਸਪ੍ਰੈਸ ਡੀਪ ਰਿਗਰੈਟ। ਔਰ ਸਿਰਫ ਇਹੋ ਹੀ ਨਹੀਂ, ਕਾਮਾਗਾਟਾ ਮਾਰੂ 1914 ਦੇ ਵਿੱਚ ਜਦੋਂ ਇੱਕ ਜਹਾਜ਼ ਹਾਂਗਕਾਂਗ ਤੋਂ ਤੁਰਿਆ ਸੀ, ਆਪਣੇ ਕਰੀਬ 300-400 ਬੰਦੇ ਸੀ, ਸਾਰੀਆਂ ਕੌਮਾਂ ਦੇ ਬੰਦੇ ਸੀ, ਜ਼ਿਆਦਾ ਓਬਵੀਅਸਲੀ ਪੰਜਾਬੀ ਔਰ ਸਿੱਖ ਹੀ ਸੀਗੇ। ਉਹ ਜਦੋਂ ਉੱਥੇ ਪਹੁੰਚੇ, ਵੈਨਕੂਵਰ ਦੇ ਨੇੜੇ ਪਹੁੰਚੇ, ਤੇ ਉਸ ਜਹਾਜ਼ ਨੂੰ ਵਾਪਸ ਭੇਜਤਾ ਗਿਆ, ਉਹਨਾਂ ਨੂੰ ਲੈਂਡ ਨਹੀਂ ਕਰਨ ਦਿੱਤਾ ਗਿਆ। ਉੱਥੇ ਹਿੰਸਾ ਵੀ ਹੋਈ। ਵਾਪਸ ਆਏ ਜਦੋਂ ਕਲਕੱਤਾ ਦੇ ਵਿੱਚ ਫਿਰ ਹਿੰਸਾ ਦੀ ਕਾਰਵਾਈ ਹੋਈ। ਇਸ ਕਾਮਾਗਾਟਾ ਮਾਰੂ ਵਾਕਿਆ ਦੇ ਉੱਤੇ ਕੈਨੇਡੀਅਨ ਸਰਕਾਰ ਨੇ ਬਤੌਰ ਹਾਊਸ ਦੇ ਵਿੱਚ ਔਰ ਹਾਊਸ ਤੋਂ ਬਾਹਰ ਵੀ ਮਾਫੀ ਮੰਗੀ ਆ। 2008 ਦੇ ਵਿੱਚ ਉਸ ਵੇਲੇ ਦੇ ਜਿਹੜੇ ਪ੍ਰਧਾਨ ਮੰਤਰੀ ਸਨ ਸਟੀਫਨ ਹਾਰਪਰ, ਉਹਨਾਂ ਨੇ ਮਾਫੀ ਮੰਗੀ। ਔਰ 2016 ਦੇ ਵਿੱਚ ਜਸਟਿਨ ਟਰੂਡੋ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਹੈ ਕੈਨੇਡਾ ਦੇ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਹਦੇ ਵਾਸਤੇ ਮਾਫੀ ਮੰਗੀ। ਲੇਕਿਨ ਸਾਡੀਆਂ ਆਪਣੀਆਂ ਸਰਕਾਰਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਮਾਫੀ ਨਹੀਂ ਮੰਗੀ, ਨਾ ਇਨਕੁਆਇਰੀ ਕੀਤੀ, ਨਾ ਇਹਦੀ ਮਾਫੀ ਮੰਗੀ, ਔਰ ਨਾ ਹੀ ਇਹ ਜਿਹੜੇ ਜ਼ਖਮ ਆ ਉਹਨਾਂ ਦੇ 'ਤੇ ਮਰਮ ਪੱਟੀ ਕਰਨ ਦੀ ਕੋਸ਼ਿਸ਼ ਕੀਤੀ, ਨਾ ਹੀ ਲੋਕਾਂ ਦਾ ਦੁੱਖ ਸਮਝਿਆ, ਔਰ ਫਿਰ ਨਾ ਹੀ ਕੋਈ ਸਿੰਸੀਅਰ ਕੋਸ਼ਿਸ਼ ਕੀਤੀ ਕਿ ਜਿਹੜੀ ਲਾਇਬ੍ਰੇਰੀ ਦੇ ਜਿਹੜੇ ਦਸਤਾਵੇਜ਼ ਜਿਹੜੇ ਆ ਉਹ ਕਿਵੇਂ ਉੱਥੋਂ ਗਾਇਬ ਹੋਏ, ਕਿੱਥੇ ਹੈਗੇ ਆ, ਕੀ ਉਹਨਾਂ ਨੂੰ ਵਾਪਸ ਦਿੱਤਾ ਜਾ ਸਕਦਾ ਵਾ। ਸੋ ਇਸ ਮਸਲੇ ਦੇ ਉੱਤੇ ਇੱਕ ਤਰੀਕੇ ਦੀ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਇਹ ਮਸਲਾ ਇੰਨਾ ਗੰਭੀਰ ਆ, ਇੰਨਾ ਵੱਡਾ ਵਾ, ਇਹਦੇ 'ਤੇ ਮਿੱਟੀ ਨਹੀਂ ਪੈ ਸਕਦੀ। ਜਿੰਨਾ ਚਿਰ ਤੱਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾਊਗਾ, ਉਨੇ ਚਿਰ ਤੱਕ ਇਹ ਮਸਲਾ ਰਿਸਦਾ ਰਹੂਗਾ, ਦੁਬਾਰਾ ਇਹ ਮਸਲਾ ਆਪਣੇ ਸਾਹਮਣੇ ਆਉਂਦਾ ਰਹੂਗਾ, ਕਿਉਂਕਿ ਇਹ ਆਪਰੇਸ਼ਨ ਬਲੂ ਸਟਾਰ ਦਾ, ਨੀਲਾ ਤਾਰਾ ਦਾ ਹਫਤਾ ਵਾ। ਸੋ ਆਪਣੇ ਜਿਹੜੀਆਂ ਬਿਛੜੀਆਂ ਰੂਹਾਂ ਵਾ ਉਹਨਾਂ ਵਾਸਤੇ ਆਪਾਂ ਘਰ ਰਹਿ ਕੇ ਅਰਦਾਸ ਕਰੀਏ ਔਰ ਕੋਸ਼ਿਸ਼ ਕਰੀਏ ਕਿ ਆਪਾਂ ਇਸ ਵਾਕਿਆ ਤੋਂ ਸਬਕ ਲੈ ਸਕੀਏ, ਤਾਂ ਕਿ ਇਹੋ ਜਿਹਾ ਦੁਬਾਰਾ ਘੱਲੂਘਾਰਾ, ਇਹੋ ਜਿਹਾ ਵਾਕਿਆ ਦੁਬਾਰਾ ਆਪਣੇ ਇਤਿਹਾਸ ਦੇ ਵਿੱਚ ਨਾ ਹੋਵੇ। ਹੁਣ ਮੈਨੂੰ ਦਿਓ ਮਾਫੀ, ਕਿਉਂਕਿ ਸਮਾਂ ਖਤਮ ਹੋ ਰਿਹਾ। ਵੈਸੇ ਤੇ ਮਸਲਾ ਇਹੋ ਜਿਹਾ ਵਾ ਜਿਹਦੇ ਬਾਰੇ ਆਪਾਂ ਲਗਾਤਾਰ ਗੱਲ ਕਰ ਸਕਦੇ ਹਾਂ। ਕੋਸ਼ਿਸ਼ ਕਰਾਂਗੇ, ਮੈਂ ਜਦੋਂ ਦੁਬਾਰਾ ਸ਼ੋਅ ਕਰੂੰਗਾ ਤੁਹਾਡੇ ਸ਼ੁੱਕਰਵਾਰ ਸ਼ਾਮ ਨੂੰ, ਉਦੋਂ ਵੀ ਇਸੇ ਮਸਲੇ ਤੇ ਕਿਸੇ ਨਾ ਕਿਸੇ ਪਹਿਲੂ ਦੇ ਉੱਤੇ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। This program is sponsored by Prime Link Express, a Gurmeet Malik, Union